प्यारे विद्यार्थियों, प्यार भरी सत श्री अकाल। बेटे लास्ट टाइम है जोड़ा आप 10वीं का आप जो 12वां चैप्टर है जो इलैक्ट्रीसिटी वाला आप शुरू किया जी। उन्हें आप बिजलई धारा तो पोटैंशियल के नाल संबंधित जोड़े 2 आर्टिकल किए सी। अज आप बेटे उस तो अगे जो टॉपिक है वो आप कवर करते हैं। उस टॉपिक दे विच ਜਿਹੜਾ ਅੱਜ ਦਾ ਆਪਣਾ ਪਹਿਲਾ ਆਰਟੀਕਲ ਹੈ ਬੇਟੇ ਉਹ ਆਪਣੇ ਕੋਲ ਕੀ ਹੈ ਵੀ ਇੱਕ ਸਰਕਟ ਚਿੱਤਰ ਆਪਣੇ ਕੋਲ ਕੀ ਹੁੰਦਾ ਹੈ। 1 ਨੰਬਰ ਦੇ ਵਿੱਚ ਕੁਐਸਚਨ ਆ ਸਕਦਾ ਹੈ ਵਾਟ ਇਜ਼ ਸਰਕਟ ਡਾਇਆਗ੍ਰਾਮ ਜਾਂ ਸਰਕਟ ਚਿੱਤਰ ਕੀ ਹੁੰਦਾ ਹੈ। ਇੱਕ ਬਿਜਲਈ ਸਰਕਟ ਚਿੱਤਰ ਇੱਕ ਇਸ ਤਰ੍ਹਾਂ ਦੀ ਯੋਜਨਾਬੱਧ ਡਾਇਆਗ੍ਰਾਮ ਹੁੰਦੀ ਹੈ ਜਿਸ ਵਿੱਚ ਆਪਾਂ ਕੀ ਕੀਤਾ ਹੁੰਦਾ ਵੱਖ-ਵੱਖ ਜਿਹੜੀਆਂ ਆਪਣੇ ਕੋਲੇ ਆਪਾਂ ਸਰਕਟ ਦੇ ਵਿੱਚ ਯੂਜ਼ ਕਰਦੇ ਹਾਂ ਟਰਮਸ ਉਹਨਾਂ ਨੂੰ ਸੰਕੇਤਾਂ ਦੇ ਦੁਆਰਾ ਕੀ ਕੀਤਾ ਹੁੰਦਾ ਦਰਸਾਇਆ ਹੁੰਦਾ। ਠੀਕ ਹੈ ਜੀ, ਆ ਲਿਖਿਆ ਹੋਇਆ ਆਪਣੇ ਕੋਲੇ ਸਰਕਟ ਦੇ ਵੱਖ-ਵੱਖ ਭਾਗਾਂ ਨੂੰ ਸਰਲ ਸੰਕੇਤਾਂ ਦੇ ਨਾਲ ਦਰਸਾਇਆ ਹੁੰਦਾ ਹੈ। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ? ਇਹਦਾ ਮਤਲਬ ਸਰਕਟ ਡਾਇਆਗ੍ਰਾਮ ਕੀ ਹੈ ਜਿਸ ਵਿੱਚ ਯੋਜਨਾਬੱਧ ਤਰੀਕੇ ਦੇ ਨਾਲ ਜਿਹੜੇ ਆਪਣੇ ਕੋਲੇ ਸੰਕੇਤਾਂ ਦੀ ਸਹਾਇਤਾ ਦੇ ਨਾਲ ਵਰਤੇ ਜਾਣ ਵਾਲੇ ਵੱਖ-ਵੱਖ ਭਾਗਾਂ ਨੂੰ ਦਰਸਾਇਆ ਗਿਆ ਹੁੰਦਾ। ठीक है जी, ये पॉइंट क्लीयर होया कि नहीं है? देखो बेटे डायग्राम दे विच अपने कोल की है बिजलई सैल। देखो बेटे बिजलई सैल का संकेत अपने कोल है। ठीक है जी, बिजलई सैल दे विच अपने कोल की हुंदा है 2 टर्मिनल अपने कोल दिखाए हुंदे है। एक धन चार्ज हुंदा है ते एक ऋण चार्ज हुंदा है। जिहड़ी लंबी रेखा है धन चार्ज है, जिहड़ी छोटी है अपने कोल ऋण चार्ज है। बैटरी जो 2 या 2 तो वध ਸੈੱਲਾਂ ਨੂੰ ਆਪਸ ਦੇ ਵਿੱਚ ਜੋੜ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਅਸੀਂ ਬੈਟਰੀ ਕਹਿੰਦੇ ਹਾਂ। ਦੇਖੋ ਸੀਰੀਜ਼ ਦੇ ਵਿੱਚ ਪਲੱਸ ਮਾਈਨਸ ਪਲੱਸ ਮਾਈਨਸ ਪਲੱਸ ਮਾਈਨਸ। ਕਲੀਅਰ ਹੋਇਆ ਕਿ ਨਹੀਂ ਹੋਇਆ ਬੇਟੇ? ਲਗਾਤਾਰ ਇਸ ਤਰ੍ਹਾਂ ਨਾਲ ਪਲੱਸ ਮਾਈਨਸ ਪਲੱਸ ਮਾਈਨਸ ਪਲੱਸ ਮਾਈਨਸ। ਸਵਿਚ ਜਾਂ ਕੀ ਇੰਗਲਿਸ਼ ਦੇ ਵਿੱਚ ਆਪਾਂ ਕਹਿ ਦਿੰਦੇ ਕੀ। ਓਪਨ ਸਵਿਚ ਹੈ ਬੇਟੇ, ਇਹਨੂੰ ਕਹਿ ਦਿੰਦੇ ਆ खुली प्लग कुंजी। देखो बेटे जिंदे विच डॉट नहीं लाया इहदा मतलब ये खुलिया होया, इहदे विचों दी करंट पास नहीं करेगा। ठीक है जी, इहदे विचों दी करंट नहीं लंघेगा क्योंकि ओपन है, खुला होया। बंद प्लग कुंजी, देखो इहदे विच अपने कोल डॉट लाया इट मीनस इहदे विचों दी की है एक तार की तरह ही बिहेव करेगा, इस तरह नाल जुड़िया होया सर्किट है। इहदे विचों दी करंट है जिहड़ा अपने कोल की करेगा पास करेगा। तार ਦੇ ਵਿੱਚ ਜੋੜ ਨੂੰ ਵਿਖਾਉਣਾ ਹੈ ਤਾਂ ਤਾਰ ਜੋੜ ਤਾਂ ਆ ਡਾਟ ਆਪਣੇ ਕੋਲ ਕੀ ਦਿਖਾ ਰਿਹਾ ਵੀ ਇੱਥੇ 2 ਤਾਰਾਂ ਦਾ ਆਪਸ ਦੇ ਵਿੱਚ ਕੀ ਹੈ ਇੱਕ ਜੋੜਕ ਹੈ। ਤੇ ਜੇ ਜੋੜ ਨਹੀਂ ਹੈਗਾ ਬਿਨਾ ਤਾਰ ਆਪਾਂ ਬਿਨਾ ਜੋੜ ਤੋਂ ਵਿਖਾਉਣਾ ਤਾਂ ਇਸ ਤਰ੍ਹਾਂ ਨਾਲ ਆਪਾਂ ਉਹਨੂੰ ਓਵਰ ਪਾਸ ਕਰ ਦਿੰਨੇ। ਇਹਦਾ ਮਤਲਬ ਇਹ ਹੈ ਵੀ ਜਿਹੜੀ ਤਾਰ A ਹੈ ਤੇ ਤਾਰ B ਹੈ ਇਹ ਆਪਸ ਦੇ ਵਿੱਚ ਕਿਤੇ ਵੀ ਜੁੜੀਆਂ ਨਹੀਂ, ਅਲੱਗ-ਅਲੱਗ ਪਾਸ ਕਰ ਰਹੀਆਂ। ਠੀਕ ਹੈ ਜੀ, ਨੈਕਸਟ ਦੇਖੋ ਆਪਣੇ ਕੋਲ ਕੀ ਹੈ ਬਿਜਲੀ ਦਾ ਬਲਬ। बल्ब ਨੂੰ ਆਪਾਂ ਇਸ ਤਰ੍ਹਾਂ ਨਾਲ ਦਰਸਾਉਣੇ ਆ। ਠੀਕ ਹੈ ਜੀ, ਪ੍ਰਤੀਰੋਧ ਦਾ ਮਤਲਬ ਹੁੰਦਾ ਰੈਜ਼ਿਸਟੈਂਸ R। ਇਸ ਤਰ੍ਹਾਂ ਨਾਲ ਜਿਹੜਾ ਆਪਾਂ ਜ਼ਿਗਜ਼ੈਗ ਪਾਥ ਜਿਹੜਾ ਆਪਾਂ ਇਸ ਤਰ੍ਹਾਂ ਨਾਲ ਵਿਖਾਉਣੇ ਆ ਇਹ ਆਪਣੇ ਕੋਲ ਕੀ ਪ੍ਰਤੀਰੋਧ ਕੀ ਕਰਦਾ ਹੈ ਆਪਦੇ ਵਿੱਚੋਂ ਜਿਹੜਾ ਅਸੀਂ ਜਦੋਂ ਕਰੰਟ ਪਾਸ ਕਰਦੇ ਹਾਂ ਵੋਲਟੇਜ ਹੈ ਇਹਦੇ ਅਕ੍ਰੋਸ ਕੀ ਕਰਦਾ ਹੈ ਵੋਲਟੇਜ ਡ੍ਰੌਪ ਕਰਦਾ ਹੈ। ਪੋਟੈਂਸ਼ੀਅਲ ਅੰਤਰ ਜਿਹਨੂੰ ਆਪਾਂ ਕਹਿੰਦੇ ਪੋਟੈਂਸ਼ੀਅਲ ਅੰਤਰ ਨੂੰ ਕੀ ਕਰਦਾ ਇਹ ਰੋਕਦਾ ਹੈ। ਕਹਿਣ ਦਾ ਮਤਲਬ ਆਪਦੇ ਵਿੱਚੋਂ ਲੰਘਣ ਵਾਲੇ ਜਿਹੜੀ ਕਰੰਟ ਹੈ ਉਹਨੂੰ ਕੀ ਕਰਦਾ ਰੋਕਦਾ ਹੈ, ਅਪੋਜੀਸ਼ਨ ਉਹਨੂੰ ਆਫਰ ਕਰਦਾ ਹੈ। ਠੀਕ ਹੈ ਜੀ, ਨੈਕਸਟ ਦੇਖੋ ਪਰਿਵਰਤਨਸ਼ੀਲ ਪ੍ਰਤੀਰੋਧ। ਪਰਿਵਰਤਨਸ਼ੀਲ ਦਾ ਮਤਲਬ ਜਿਹੜਾ ਬਦਲਦਾ ਰਵੇ, ਇਹਦੀ ਵੈਲਿਊ ਨੂੰ ਕੀ ਕੀਤਾ ਜਾ ਸਕੇ ਚੇਂਜ ਕੀਤਾ ਜਾ ਸਕੇ। ਇੰਗਲਿਸ਼ ਦੇ ਵਿੱਚ ਆਪਾਂ ਇਹਨੂੰ ਕਹਿੰਦੇ ਰਿਓਸਟੈਟ। ਇਹ ਐਰੋ ਆਪਣੇ ਕੋਲ ਕੀ ਸ਼ੋ ਕਰ ਰਹੀ ਹੈ ਰੈਜ਼ਿਸਟੈਂਸ ਦੇ ਉੱਤੇ, ਇਹਨੂੰ ਆਪਾਂ ਸ਼ਾਰਟ ਫਾਰਮ ਦੇ ਵਿੱਚ ਇੱਥੇ RH ਵੀ ਲਿਖ ਦਿੰਦੇ ਹਾਂ ਇਸ ਤਰ੍ਹਾਂ ਨਾਲ। RH ਦਾ ਮਤਲਬ ਕੀ ਹੈ ਰਿਓਸਟੈਟ। ਰਿਓਸਟੈਟ ਦਾ ਮਤਲਬ ਇਹਦਾ ਜਿਹੜਾ ਪੋਟੈਂਸ਼ੀਅਲ ਹੈ ਉਹਨੂੰ ਕੀ ਕੀਤਾ ਜਾ ਸਕਦਾ ਬਦਲਿਆ ਜਾ ਸਕਦਾ। ਜਿਵੇਂ ਤੁਸੀਂ ਦੇਖਿਆ ਹੋਣਾ ਲੈਬ ਦੇ ਵਿੱਚ ਆਪਣੇ ਕੋਲ ਇੱਕ ਇਸ ਤਰ੍ਹਾਂ ਦਾ ਬਾਕਸ ਲੱਗਿਆ ਹੁੰਦਾ, ਉਸ ਤੋਂ ਉੱਪਰ ਨੌਬ ਲੱਗੀ ਹੁੰਦੀ ਹੈ। ਨੌਬ ਦੇ ਉੱਪਰ ਲਿਖਿਆ ਹੁੰਦਾ 1 ਵੋਲਟ 2 ਵੋਲਟ 3 ਵੋਲਟ 4 ਵੋਲਟ 5 ਵੋਲਟ ਤੇ ਅਸੀਂ ਇਸ ਨੌਬ ਨੂੰ ਘੁਮਾ ਕੇ ਜਿਹੜੀ ਇਹਦੀ ਵੈਲਿਊ ਨੂੰ ਕੀ ਕਰ ਸਕਦੇ ਹਾਂ ਚੇਂਜ ਕਰ ਸਕਦੇ ਹਾਂ। ਠੀਕ ਹੈ ਜੀ, ਜਾਂ एक इस तरह का अरेंजमेंट हुंदा है जिंदे उपर इस तरह नाल वायर है जिहड़ी लपेटी हुंदी है
ਰਿਓਸਟੈਟ। ਠੀਕ ਹੈ ਜੀ, ਰਿਓਸਟੈਟ ਨਾਲ ਅਸੀਂ ਕੀ ਇਹਦੇ ਉੱਪਰ ਇੱਕ ਸਲਾਈਡਿੰਗ ਪਾਰਟ ਹੁੰਦਾ ਹੈ ਜਿਹੜਾ ਕੰਟੈਕਟ ਨਾਲ ਆਪਣੇ ਕੋਲ ਕੀ ਹੈ ਵਾਇਰ ਦੀ ਲੈਂਥ ਨੂੰ ਵਧਾ ਘਟਾ ਕੇ ਜਿਹੜਾ ਇਹਦਾ ਪ੍ਰਤੀਰੋਧ ਹੈ ਉਹਨੂੰ ਵਧਾ ਘਟਾ ਦਿੰਦਾ। ਠੀਕ ਹੈ ਜੀ, ਨੈਕਸਟ ਆਪਣੇ ਕੋਲ ਕੀ ਐਮੀਟਰ। ਦੇਖੋ ਬੇਟੇ ਐਂਪੀਅਰ ਕਿੰਦੀ ਇਕਾਈ ਸੀਗੀ, SI ਇਕਾਈ ਸੀ ਕਰੰਟ ਦੀ। ਇਹਦਾ ਮਤਲਬ ਕਰੰਟ ਮਾਪਣ ਵਾਲੇ ਯੰਤਰ ਨੂੰ ਅਸੀਂ ਕੀ ਕਹਿੰਦੇ ਐਂਪੀਅਰ ਮੀਟਰ। ਇਸ ਨੂੰ ਹਮੇਸ਼ਾ ਸੀਰੀਜ਼ ਦੇ ਵਿੱਚ ਲੜੀਬੱਧ ਤਰੀਕੇ ਦੇ ਨਾਲ ਸਰਕਟ ਦੇ ਵਿੱਚ ਲਗਾਇਆ ਜਾਂਦਾ ਹੈ। ਲੜੀਬੱਧ ਦਾ ਮਤਲਬ ਇੱਕ ਤਾਰ ਜਿਵੇਂ ਇਸ ਤਰ੍ਹਾਂ ਲਗਾਤਾਰ ਜਾ ਰਹੀ ਹੈ ਉਸੇ ਦੇ ਵਿੱਚ ਹੀ ਜਿਹੜਾ ਇਸ ਨੂੰ ਲਗਾਇਆ ਜਾਂਦਾ ਹੈ, ਕਿਉਂਕਿ ਜਿਹੜਾ ਇਹਦਾ ਪ੍ਰਤੀਰੋਧ ਹੈ ਉਹ ਬਹੁਤ ਜ਼ਿਆਦਾ ਘੱਟ ਹੁੰਦਾ ਹੈ। ਇਸ ਦਾ ਪ੍ਰਤੀਰੋਧ ਹੈ ਜਿਹੜਾ R ਹੈ ਆਪਣੇ ਕੋਲ ਉਹ ਕੀ ਹੁੰਦਾ ਹੈ, ਘੱਟ ਹੁੰਦਾ ਹੈ। ਤਾਂ ਕਰਕੇ ਇਹਨੂੰ ਕੀ ਲਾਇਆ ਜਾਂਦਾ, ਲੜੀਬੱਧ ਤਰੀਕੇ ਦੇ ਨਾਲ ਸਰਕਟ ਦੇ ਵਿੱਚ ਲਗਾਇਆ ਜਾਂਦਾ ਹੈ। ਠੀਕ ਹੈ ਜੀ, ਨੈਕਸਟ ਦੇਖੋ ਬੇਟੇ ਆਪਣੇ ਕੋਲ ਕੀ ਹੈ ਵੋਲਟਮੀਟਰ। ਵੋਲਟਮੀਟਰ ਆਪਣੇ ਕੋਲ ਕੀ ਹੈ ਪੋਟੈਂਸ਼ੀਅਲ ਅੰਤਰ, ਜਿਹਨੂੰ ਆਪਾਂ V ਨਾਲ ਡਿਨੋਟ ਕਰਦੇ ਸੀਗੇ। ਠੀਕ ਹੈ, ਜਿੰਦੀ ਆਪਾਂ ਡੈਫੀਨੇਸ਼ਨ ਦਿੱਤੀ ਸੀ W/Q। ਕਾਰਜ ਬਟਾ ਚਾਰਜ ਨੂੰ ਲੈ ਕੇ ਜਾਣ ਲਈ, ਇੱਕ ਕੂਲਮ ਚਾਰਜ ਨੂੰ ਲੈ ਕੇ ਜਾਣ ਲਈ ਜਿੰਨਾ ਕਾਰਜ ਕਰਨਾ ਪੈਂਦਾ ਹੈ ਉਹ 1 ਵੋਲਟ ਦੇ ਬਰਾਬਰ ਹੁੰਦਾ ਹੈ। ਵੋਲਟ ਇਹਦੀ SI ਇਕਾਈ ਸੀ। ਵੋਲਟ ਤੋਂ ਆਪਣੇ ਕੋਲ ਕੀ ਬਣਿਆ ਵੋਲਟਮੀਟਰ। ਇਹਦਾ ਮਤਲਬ ਜਿਹੜਾ ਪੋਟੈਂਸ਼ੀਅਲ ਅੰਤਰ ਨੂੰ ਮਾਪਣ ਲਈ ਜਿਹੜਾ ਯੰਤਰ ਬਣਾਇਆ ਜਾਂਦਾ ਉਹਨੂੰ ਅਸੀਂ ਕੀ ਕਹਿੰਦੇ ਆ, ਠੀਕ ਹੈ ਜੀ, ਵੋਲਟ ਮੀਟਰ। ਜਿਵੇਂ ਇੱਥੇ ਆਪਾਂ ਇਸ ਤਰ੍ਹਾਂ ਨਾਲ ਦਿਖਾਇਆ ਸੀਗਾ। ਠੀਕ ਹੈ ਜੀ, ਇਹ ਬੇਟੇ ਮੈਂ ਇੱਥੇ ਤੁਹਾਨੂੰ ਗਲਤ ਦੱਸ ਗਿਆ, ਇਹ ਇੱਥੇ ਆਉਣਾ ਸੀਗਾ ਰਿਓਸਟੈਟ। ਇੱਥੇ ਆਪਣੇ ਕੋਲ ਆਹ ਸਿੰਬਲ ਨਾਲ ਰਿਪਰੈਜ਼ੈਂਟ ਕਰਦਾ ਜਿਹਦੇ ਨਾਲ ਆਪਣੇ ਕੋਲ ਪ੍ਰਤੀਰੋਧ ਦੀ ਵੈਲਿਊ ਨੂੰ ਵਧਾਇਆ ਘਟਾਇਆ ਜਾ ਸਕਦਾ। ਬਟ ਇੱਥੇ ਆਪਣੇ ਕੋਲ ਜਿਹੜੀ ਆਹ ਚੀਜ਼ ਆਪਾਂ ਕਹੀ ਹੈ ਇਹ ਪੋਟੈਂਸ਼ੀਅਲ ਅੰਤਰ 'ਚ ਜਿਹੜੀ ਇਹ ਨੌਬ ਹੈ 1 ਵੋਲਟ 2 ਵੋਲਟ 3 ਵੋਲਟ। ਠੀਕ ਹੈ ਜੀ, ਇਹ ਪੁਆਇੰਟ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਜੀ। ਨੈਕਸਟ ਬੇਟੇ ਬਹੁਤ ਇੰਪੋਰਟੈਂਟ ਆਰਟੀਕਲ ਹੈ ਜਿਹੜਾ ਆਪਣੇ ਕੋਲੇ ਆਮ ਤੌਰ ਤੇ ਹੀ ਹੈ ਜਿਹੜਾ ਉਹ ਪੇਪਰ ਦੇ ਵਿੱਚ ਆ ਜਾਂਦਾ। ਠੀਕ ਹੈ ਜੀ, ਉਹ ਆਪਣੇ ਕੋਲ ਕੀ ਹੈ ਓਮ ਦਾ ਨਿਯਮ ਕੀ ਹੈ, ਵਟ ਇਜ਼ ਓਮਸ ਲਾ। ਓਹਮ ਜਾਂ ਓਮ ਦਾ ਨਿਯਮ ਕੀ ਹੈ। ਦੇਖੋ ਬੇਟੇ ਆਪਣੇ ਕੋਲੇ ਕੀ ਹੈ, ਜੇ ਅਸੀਂ ਇੱਕ ਬਿਜਲਈ ਸਰਕਟ ਬਣਾਈਏ ਸਧਾਰਨ ਜਿਹਾ, ਉਹਦੇ ਵਿੱਚ ਇਸ ਤਰ੍ਹਾਂ ਨਾਲ ਅਸੀਂ ਪ੍ਰਤੀਰੋਧ R ਦਿਖਾ ਦਈਏ, ਇੱਕ ਅਸੀਂ ਲਗਾਈਏ ਉਹਦੇ ਵਿੱਚ ਇਸ ਤਰ੍ਹਾਂ ਨਾਲ ਇੱਕ ਬੈਟਰੀ ਪੋਜ਼ਿਟਿਵ ਨੈਗੇਟਿਵ ਪੋਜ਼ਿਟਿਵ ਨੈਗੇਟਿਵ, ਇਸ ਨੂੰ ਇਹਦੇ ਨਾਲ ਜੋੜ ਦਈਏ। ਠੀਕ ਹੈ ਜੀ, ਇਹਦੇ ਵਿੱਚੋਂ ਦੀ ਕਰੰਟ I ਹੈ ਜਿਹੜਾ ਉਹ ਲੰਘੇਗਾ। ਇਹ ਆਪਣੇ ਕੋਲ ਕੀ ਪ੍ਰਤੀਰੋਧ R। ਠੀਕ ਹੈ ਜੀ, ਇੱਥੇ ਆਪਾਂ ਕੀ ਲਾਇਆ ਪੋਟੈਂਸ਼ੀਅਲ ਅੰਤਰ ਜਿਹੜਾ ਸਪਲਾਈ ਕੌਣ ਕਰ ਰਹੀ ਹੈ ਬੈਟਰੀ। ਤਾਂ ਓਮਸ ਲਾ ਆਪਣੇ ਕੋਲ ਕੀ ਕਹਿੰਦਾ ਹੈ ਉਹ ਪੋਟੈਂਸ਼ੀਅਲ ਅੰਤਰ ਤੇ ਕਰੰਟ V ਆਪਣੇ ਕੋਲ ਕੀ ਹੈ ਪੋਟੈਂਸ਼ੀਅਲ ਅੰਤਰ ਕੌਣ ਦੇ ਰਿਹਾ ਬੈਟਰੀ, I ਆਪਣੇ ਕੋਲ ਕੀ ਕਰੰਟ। ਪੋਟੈਂਸ਼ੀਅਲ ਅੰਤਰ ਅਤੇ ਕਰੰਟ ਦੇ ਵਿਚਕਾਰ ਜਿਹੜਾ ਸੰਬੰਧ ਦੱਸਦਾ। ਠੀਕ ਹੈ ਜੀ, ਜਿਸ ਤਰ੍ਹਾਂ ਨਾਲ ਇਹਨੇ ਆ ਥੋੜੀ ਸਖਤ ਭਾਸ਼ਾ ਦੇ ਵਿੱਚ ਲਿਖਿਆ, ਆਪਾਂ ਇਹਨੂੰ ਸਿੱਧਾ ਕਹੀਏ ਵੀ ਓਮਸ ਲਾ ਆਪਣੇ ਕੋਲ ਕੀ ਹੈ ਪੋਟੈਂਸ਼ੀਅਲ ਅੰਤਰ ਅਤੇ ਕਰੰਟ ਵਿਚਕਾਰ ਸੰਬੰਧ ਦੱਸਦਾ ਹੈ ਕੌਣ ਓਹਮ ਲਾ ਜਾਂ ਓਮ ਦਾ ਨਿਯਮ। ਠੀਕ ਹੈ, ਇਹ ਨਿਯਮ ਆਪਣੇ ਕੋਲ ਕੀ ਕਹਿੰਦਾ ਹੈ ਵੀ V ਹੈ ਜਿਹੜਾ ਉਹ ਆਪਣੇ ਕੋਲ ਸਿੱਧੇ ਅਨੁਪਾਤ ਦੇ ਵਿੱਚ ਹੈ I। ਠੀਕ ਹੈ, ਜਿਹੜਾ ਲਿਖਿਆ ਪੋਟੈਂਸ਼ੀਅਲ ਅੰਤਰ ਸਿੱਧਾ ਅਨੁਪਾਤੀ ਹੁੰਦਾ ਹੈ ਕਿਹਦੇ ਨਾਲ ਬਿਜਲਈ ਧਾਰਾ ਦੇ। ਠੀਕ ਹੈ ਜੀ, ਇਹਨੂੰ ਸੌਖਾ ਕਰਕੇ ਆਪਾਂ ਲਿਖ ਸਕਦੇ ਹਾਂ ਪੋਟੈਂਸ਼ੀਅਲ ਅੰਤਰ ਸਿੱਧਾ ਅਨੁਪਾਤੀ ਹੈ ਕਰੰਟ ਦੇ ਨਾਲ। ਇਹ ਆਪਣੇ ਕੋਲ ਓਮਸ ਲਾ ਦੀ ਪਰਿਭਾਸ਼ਾ ਹੈ V ਡਾਇਰੈਕਟਲੀ ਪ੍ਰੋਪੋਰਸ਼ਨਲ ਟੂ I। ਇਹਨੂੰ ਆਪਾਂ ਕੀ ਕਹਿੰਦੇ ਸਿੱਧਾ ਅਨੁਪਾਤ। ਇੱਥੋਂ ਦੇਖ ਕੇ ਹੀ ਆਪਾਂ ਪਰਿਭਾਸ਼ਾ ਬਣਾ ਸਕਦੇ ਹਾਂ ਬੇਟੇ। ਅਨੁਪਾਤ ਪੱਪਾ ਹੈ ਬੇਟੇ। ਦੇਖੋ ਕੀ ਹੈ, ਜੇ ਅਸੀਂ ਇਸ ਨੂੰ ਦੇਖੀਏ ਪੋਟੈਂਸ਼ੀਅਲ ਅੰਤਰ ਸਿੱਧੇ ਅਨੁਪਾਤ ਦੇ ਵਿੱਚ ਹੁੰਦਾ ਹੈ ਕਰੰਟ ਦੇ ਵਿੱਚ। ਜਦੋਂ ਇੱਕ ਤਾਰ ਦੇ ਵਿੱਚੋਂ ਕੀ ਲੰਘ ਰਿਹਾ ਕਰੰਟ ਲੰਘ ਰਿਹਾ। ਜਦੋਂ ਅਸੀਂ ਸਿੱਧੇ ਅਨੁਪਾਤ ਦਾ ਨਿਸ਼ਾਨ ਹਟਾਉਣੇ ਹਾਂ ਤਾਂ ਉੱਥੇ ਅਸੀਂ ਲਾਉਣੇ ਆ ਸਥਿਰ ਅੰਕ। ਠੀਕ ਹੈ, ਸਧਾਰਨ ਭਾਸ਼ਾ ਦੇ ਵਿੱਚ ਅਸੀਂ ਲਿਖੀਏ ਇਸ ਤਰ੍ਹਾਂ ਨਾਲ I। ਜਦੋਂ ਸਿੱਧੇ ਅਨੁਪਾਤ ਨੂੰ ਹਟਾਵਾਂਗੇ ਤਾਂ ਸਥਿਰ ਅੰਕ ਆਏਗਾ। ਸਥਿਰ ਅੰਕ ਆਪਣੇ ਕੋਲ ਕੀ R। ਇਹਦਾ ਮਤਲਬ V/I ਦਾ ਜਿਹੜਾ ਅਨੁਪਾਤ ਹੈ ਉਹ ਕਹਿੰਦੇ ਬਰਾਬਰ ਹੈ R ਦੇ।
ਇਹ ਓਮਸ ਲਾ ਹੈ। ਠੀਕ ਹੈ ਜੀ। ਪੋਟੈਂਸ਼ੀਅਲ ਅੰਤਰ ਦਾ ਆਪਣੇ ਕੋਲ ਕੀ ਹੈ ਭਾਗ ਆਪਾਂ ਕਰ ਦਈਏ ਕਰੰਟ ਦੇ ਨਾਲ, ਤੇ ਆਪਣੇ ਕੋਲ ਕਿਹਦੇ ਬਰਾਬਰ ਆਉਣਾ ਚਾਹੀਦਾ ਸਥਿਰ ਅੰਕ, ਤੇ ਉਹ ਸਥਿਰ ਅੰਕ ਆਪਣੇ ਕੋਲ ਕੀ ਹੈ ਬੇਟੇ ਪ੍ਰਤੀਰੋਧ। ਇਹ ਹੈ ਆਪਣੇ ਕੋਲ ਓਮਸ ਲਾ, ਇਹ ਆਪਣੇ ਕੋਲ ਕੀ ਹੈ ਓਮਸ ਲਾ। ਠੀਕ ਹੈ ਜੀ। ਇਹਦੇ ਵਿੱਚ ਪਰ ਇੱਕ ਕੰਡੀਸ਼ਨ ਹੁੰਦੀ ਹੈ ਵੀ ਇਹਦਾ ਤਾਪਮਾਨ ਕੀ ਰਹਿਣਾ ਚਾਹੀਦਾ, ਇੱਕ ਸਮਾਨ ਰਹਿਣਾ ਚਾਹੀਦਾ। ਜੇਕਰ ਤਾਪਮਾਨ ਇੱਕ ਸਮਾਨ ਨਹੀਂ ਰਹੂਗਾ ਤਾਂ ਆਪਣੇ ਕੋਲ ਕੀ ਹੋਊਗਾ ਬੇਟੇ, ਤਾਪ ਦੇ ਵਧਣ ਦੇ ਕਰਕੇ ਕਰੰਟ ਦੀ ਮਾਤਰਾ ਹੈ ਜਿਹੜੀ ਵੱਧ ਘਟ ਜਾਂਦੀ ਹੈ, ਜਿਸ ਨਾਲ V ਹੈ ਜਿਹੜਾ ਉਹ ਸਿੱਧੇ ਅਨੁਪਾਤ ਦੇ ਵਿੱਚ I ਨਾਲ ਨਹੀਂ ਰਹਿੰਦਾ। ਇਸ ਲਈ ਓਮਸ ਲਾ ਦੇ ਵਿੱਚ ਜਾਂ ਓਮ ਦੇ ਨਿਯਮ ਦੀ ਇਹ ਕੰਡੀਸ਼ਨ ਹੈ ਵੀ ਪੋਟੈਂਸ਼ੀਅਲ ਅੰਤਰ ਕਰੰਟ ਦੇ ਨਾਲ ਸਿੱਧੇ ਅਨੁਪਾਤ ਦੇ ਵਿੱਚ ਉਦੋਂ ਤੱਕ ਹੀ ਹੁੰਦਾ ਹੈ ਜਦੋਂ ਤੱਕ ਇਹਦਾ ਤਾਪਮਾਨ ਹੈ ਜਿਹੜਾ ਉਹ ਬਹੁਤ ਜ਼ਿਆਦਾ ਨਹੀਂ ਵੱਧਦਾ। ਕਿਉਂਕਿ ਤਾਪਮਾਨ ਵਧਣ ਨਾਲ ਕੀ ਹੋਏਗਾ ਬੇਟੇ, ਤਾਪਮਾਨ ਦੇ ਜਾਂ ਟੈਂਪਰੇਚਰ ਦੇ ਵਧਣ ਦੇ ਨਾਲ ਆਪਣੇ ਕੋਲ ਕੀ ਹੈ ਇਲੈਕਟ੍ਰੋਨਾਂ ਦੀ ਗਿਣਤੀ ਹੈ ਜਿਹੜੀ ਉਹ ਵੱਧ ਜਾਏਗੀ, ਜਿਸ ਨਾਲ ਕਰੰਟ ਹੈ ਜਿਹੜਾ ਉਹ ਜ਼ਿਆਦਾ ਹੋ ਜਾਵੇਗਾ, ਤੇ V ਤੇ I ਦਾ ਜਿਹੜਾ ਅਨੁਪਾਤ ਆ ਉਹ ਨਹੀਂ ਰਹੇਗਾ ਸਿੱਧਾ। ਠੀਕ ਹੈ। V ਤੇ I ਦੇ ਅਨੁਪਾਤ ਨੂੰ ਜੇਕਰ ਅਸੀਂ ਇੱਕ ਗ੍ਰਾਫ ਦੀ ਸਹਾਇਤਾ ਦੇ ਨਾਲ ਆਪਾਂ ਦਰਸਾਈਏ, ਠੀਕ ਹੈ ਜੀ। ਦੇਖੋ ਇੱਕ ਸਾਫ਼ ਪੇਜ ਤੇ ਆਪਾਂ ਇਹਨੂੰ ਕਰਦੇ ਹਾਂ। ਠੀਕ ਹੈ ਜੀ। ਓਮਸ ਲਾ ਆਪਣੇ ਕੋਲ ਕੀ ਕਹਿੰਦਾ ਹੈ ਵੀ ਜਿਹੜਾ V ਹੈ ਉਹ ਆਪਣੇ ਕੋਲ ਕਿ ਸਿੱਧੇ ਅਨੁਪਾਤ ਦੇ ਵਿੱਚ I, V is equal to R into I, R ਆਪਣੇ ਕੋਲ ਸਥਿਰ ਅੰਕ ਹੈ, V ਬਟਾ I ਆਪਣੇ ਕੋਲ ਕਹਿੰਦੇ ਬਰਾਬਰ ਹੈ R ਦੇ। ਇਹਦਾ ਮਤਲਬ ਜਿਹੜੀ ਇਹਨਾਂ ਦੀ ਰੇਸ਼ੋ ਹੈ, ਜਿਹੜਾ ਇਹਨਾਂ ਦਾ ਅਨੁਪਾਤ ਹੈ, ਠੀਕ ਹੈ ਜੀ, ਉਹ ਆਪਣੇ ਕੋਲ ਕੀ ਹੋਣਾ ਚਾਹੀਦਾ ਹੈ, ਬਦਲਣਾ ਨਹੀਂ ਚਾਹੀਦਾ। R ਆਪਣੇ ਕੋਲ ਕੀ ਹੈ ਪ੍ਰਤੀਰੋਧ ਹੈ, R ਆਪਣੇ ਕੋਲ ਕੀ ਹੈ ਪ੍ਰਤੀਰੋਧ ਜਿਹੜਾ ਸਰਕਟ ਦੇ ਵਿੱਚ ਹੈ। ਠੀਕ ਹੈ ਜੀ। ਇਸ ਲਈ ਅਸੀਂ ਇਸ ਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਵੀ ਜਿਹੜਾ ਪੋਟੈਂਸ਼ੀਅਲ ਅੰਤਰ ਹੈ ਕਿਸੇ ਸਰਕਟ ਦੇ ਵਿੱਚ, ਉਹਦਾ ਜੇ ਅਨੁਪਾਤ ਕੱਢੀ ਕਹਿੰਦੇ ਨਾਲ ਉਹਦੇ ਵਿੱਚ ਵਹਿਣ ਵਾਲੇ ਕਰੰਟ ਦੇ, ਤਾਂ ਉਹ ਕਿਹਦੇ ਬਰਾਬਰ ਹੋਵੇਗਾ ਪ੍ਰਤੀਰੋਧ ਦੇ ਬਰਾਬਰ ਹੋਵੇਗਾ। ਠੀਕ ਹੈ ਜੀ। ਜਦੋਂ ਅਸੀਂ ਇਹਦੇ ਵਿੱਚ ਆਪਾਂ ਕੰਡੀਸ਼ਨ ਕੀ ਰੱਖੀ ਸੀ ਬੇਟੇ, ਕੰਡੀਸ਼ਨ ਆਪਣੇ ਕੋਲ ਕੀ ਰੱਖੀ ਸੀ ਵੀ ਇਹ ਚੀਜ਼ ਕਦੋਂ ਹੋਵੇਗੀ, ਇਹਦੇ ਵਿੱਚ ਆਪਾਂ ਬ੍ਰੈਕਟ 'ਚ ਲਿਖ ਸਕਦੇ ਹਾਂ ਤਾਪਮਾਨ ਕੀ ਹੋਣਾ ਚਾਹੀਦਾ ਸਥਿਰ। ਸਿੱਧਾ ਆਪਾਂ ਓਮਸ ਲਾ ਦੇ ਵਿੱਚ ਜੇ ਮੰਨ ਲਓ ਸ਼ਬਦਾਂ ਦੇ ਵਿੱਚ ਨਹੀਂ ਲਿਖਣਾ ਆਉਂਦਾ ਤਾਂ ਇਸ ਤਰ੍ਹਾਂ ਨਾਲ ਜਿਹੜੀ ਅਸੀਂ ਆਹ ਚੀਜ਼ ਲਿਖ ਸਕਦੇ ਹਾਂ ਵੀ ਓਮ ਦੇ ਨਿਯਮ ਦੇ ਅਨੁਸਾਰ V ਸਿੱਧੇ ਅਨੁਪਾਤ ਦੇ ਵਿੱਚ ਹੈ I, ਸਥਿਰ ਅੰਕ ਤਾਪਮਾਨ ਸਥਿਰ ਰਹਿਣਾ ਚਾਹੀਦਾ। ਠੀਕ ਹੈ ਜੀ। ਜੇਕਰ ਅਸੀਂ ਗ੍ਰਾਫ ਬਣਾਈਏ ਇਹਨਾਂ ਦੋਵਾਂ ਦੇ ਵਿਚਕਾਰ, ਆਪਾਂ ਕੀ ਬਣਾਈਏ ਇੱਕ ਗ੍ਰਾਫ ਬਣਾਈਏ, ਤਾਂ ਦੇਖੋ ਬੇਟੇ ਉਹ ਗ੍ਰਾਫ ਆਪਣੇ ਕੋਲ ਕਿਸ ਤਰ੍ਹਾਂ ਦਾ ਬਣੇਗਾ। ਉਹ ਗ੍ਰਾਫ ਆਪਣੇ ਕੋਲ ਬਣੇਗਾ ਸਟ੍ਰੇਟ ਲਾਈਨ, ਇਸ ਤਰ੍ਹਾਂ ਨਾਲ ਇੱਕ ਸਿੱਧੀ ਰੇਖਾ ਦੇ ਰੂਪ ਵਿੱਚ ਆਪਣੇ ਕੋਲ ਬਣੇਗਾ। ਠੀਕ ਹੈ ਜੀ। ਇੱਕ ਸਾਈਡ ਤੇ ਜੇ ਅਸੀਂ ਲੈ ਲਈਏ ਕਰੰਟ, ਤੇ ਇੱਕ ਸਾਈਡ ਤੇ ਆਪਾਂ ਕੀ ਲੈ ਲਈਏ ਪੋਟੈਂਸ਼ੀਅਲ ਅੰਤਰ। ਠੀਕ ਹੈ ਜੀ। V ਤੇ I ਆਪਾਂ I ਇੱਧਰ ਲੈ ਲਈਏ, ਇੱਧਰ ਆਪਾਂ ਲੈ ਲਈਏ V। ਠੀਕ ਹੈ ਜੀ। ਪੋਟੈਂਸ਼ੀਅਲ ਅੰਤਰ ਤੇ ਇਹਦਾ ਮਤਲਬ ਕੀ ਹੈ, ਇਹਦਾ ਮਤਲਬ ਇਹ ਹੈ ਵੀ ਜਿਸ ਅਨੁਪਾਤ ਦੇ ਵਿੱਚ V ਵਧੇਗਾ ਉਸੇ ਅਨੁਪਾਤ ਦੇ ਵਿੱਚ ਕੀ ਹੈ I ਵਧੇਗਾ। ਦੇਖੋ ਜਿੰਨੀ ਚੇਂਜ I ਦੇ ਵਿੱਚ ਆਏਗੀ ਉਹਦੇ ਪ੍ਰਪੋਰਸ਼ਨੇਟ ਹੈ ਅਨੁਪਾਤ ਦੇ ਵਿੱਚ ਕੀ ਹੈ। ਜੇਕਰ ਆਹ ਚੇਂਜ ਨੂੰ ਅਸੀਂ ਡੈਲਟਾ V ਕਹਿ ਦਈਏ ਤੇ ਇਸ ਨੂੰ ਅਸੀਂ ਕਹਿ ਦਈਏ ਡੈਲਟਾ I। ਠੀਕ ਹੈ ਜੀ। ਤਾਂ ਆਹ ਚੇਂਜ ਆਪਣੇ ਕੋਲ ਕੀ ਹੈ, ਇੱਕ ਜਿੰਨੀ ਚੇਂਜ V ਦੇ ਵਿੱਚ ਆਊਗੀ ਉਸ ਦੇ ਪ੍ਰਪੋਰਸ਼ਨੇਟ ਜਿਹੜੀ ਉਹ I 'ਚ ਆਊਗੀ। ਤੇ ਇਹ ਗ੍ਰਾਫ ਸਾਡੇ ਕੋਲ ਕੀ ਦੱਸਦਾ ਹੈਗਾ ਵੀ ਜਿਹੜੀ ਇਹਨਾਂ ਦੋਵਾਂ ਦੇ ਰੇਸ਼ੋ ਹੈਗੀ ਹੈ, ਜਿਹੜੀ ਅਨੁਪਾਤ ਜਿਹੜਾ ਆਪਣੇ ਕੋਲ ਹੈਗਾ ਉਹ ਹਮੇਸ਼ਾ ਕੀ ਰਹੂਗਾ R ਦੇ ਬਰਾਬਰ ਹੋਣਾ। ਕਹਿਣ ਦਾ ਮਤਲਬ ਉਹ ਸਥਿਰ ਹੋਣਾ ਚਾਹੀਦਾ। ਇਹ ਹੈ ਆਪਣੇ ਕੋਲ ਓਮਸ ਲਾ। ਆਪਾਂ ਓਮਸ ਲਾ ਦੇ ਵਿੱਚ ਕਰਨਾ ਕੀ ਹੈ, ਆਹ ਡੈਫੀਨੇਸ਼ਨ ਲਿਖਣੀ ਹੈ। ਉਸ ਤੋਂ ਬਾਅਦ ਆਪਾਂ ਕੀ ਕਰਨਾ ਬੇਟੇ, ਇੱਕ ਇਸ ਤਰ੍ਹਾਂ ਨਾਲ ਇੱਕ ਸਧਾਰਨ ਜਿਹਾ ਜਿਹੜਾ ਗ੍ਰਾਫ ਹੈ ਜਿਹੜਾ ਅਸੀਂ ਬਣਾ ਦੇਣਾ। ਠੀਕ ਹੈ ਜੀ। ਇੱਕ ਸਾਈਡ ਤੇ ਅਸੀਂ ਕੀ ਲੈ ਲੈਣਾ, ਇਸ ਤਰ੍ਹਾਂ ਨਾਲ ਆਪਾਂ ਸ਼ੋਅ ਕਰਨਾ ਵੀ ਇੱਧਰ ਆਪਣੇ ਕੋਲ ਕੀ V, ਇੱਧਰ ਆਪਣੇ ਕੋਲ ਕੀ I, ਇੱਥੇ ਆਪਾਂ ਲਿਖ ਦੇਣਾ ਵੀ ਗ੍ਰਾਫ ਕੀ ਅਨੁਪਾਤ ਆਪਣੇ ਕੋਲ V ਅਨੁਪਾਤ I, ਜਿੱਥੇ ਆਪਣੇ ਕੋਲੇ ਤਾਪਮਾਨ ਕੀ ਹੈ ਸਥਿਰ। ਦੇਖੋ ਬੇਟੇ ਕਿੰਨੀ ਵਾਰੀ ਤੁਹਾਨੂੰ ਮੈਂ ਰਿਵਾਈਜ਼ ਕਰਵਾਤਾ, ਕਿਉਂਕਿ ਮੋਸਟ ਇੰਪੋਰਟੈਂਟ ਆਰਟੀਕਲ ਹੈ, ਆ ਸਕਦਾ। ਦੱਸੋ ਬੇਟੇ ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ। ਠੀਕ ਹੈ ਜੀ। ਇਹ ਆਪਣੇ ਕੋਲੇ ਓਮਸ ਲਾ। ਠੀਕ ਹੈ। ਓਮਸ ਲਾ ਤੋਂ ਬਾਅਦ ਜਿਵੇਂ ਹੁਣ ਓਮਸ ਲਾ ਦੀ 1 ਓਮ ਦੀ ਜੇ ਆਪਾਂ ਵੈਲਿਊ ਦੱਸਣੀ ਹੈ, ਦੇਖੋ ਓਮਸ ਲਾ ਦੇ ਅਕੋਰਡਿੰਗਲੀ
ਜੇ ਆਪਾਂ ਗੱਲ ਕਰੀਏ ਵੀ ਜਿਹੜਾ ਓਮ ਹੈ, ਠੀਕ ਹੈ ਜੀ, ਉਹਦੇ ਤੋਂ ਸਾਡੇ ਕੋਲ ਨਿਕਲ ਕੇ ਆਇਆ ਸੀਗਾ ਪ੍ਰਤੀਰੋਧ V/I ਬਰਾਬਰ R। ਠੀਕ ਹੈ ਜੀ, ਇਹਨੂੰ ਜ਼ਿਆਦਾਤਰ ਆਪਾਂ ਇਸ ਤਰ੍ਹਾਂ ਨਾਲ ਵੀ ਲਿਖਦੇ ਹਾਂ, V = I × R। R ਹੈ ਜਿਹੜਾ ਆਪਣੇ ਕੋਲ ਕੀ ਹੈ, ਉਹ ਆਪਣੇ ਕੋਲੇ ਕੌਂਸਟੈਂਟ ਹੈ। ਠੀਕ ਹੈ ਜੀ, ਉਹ ਆਪਣੇ ਕੋਲ ਕੀ ਹੈ, ਕੌਂਸਟੈਂਟ ਹੈ। ਹੁਣ ਅਸੀਂ ਜੇ ਪਰਿਭਾਸ਼ਾ ਦੇਣੀ ਹੋਵੇ ਵੀ 1 ਓਮ ਆਪਣੇ ਕੋਲ ਕੀ ਹੈ, ਠੀਕ ਹੈ ਜੀ, ਅਸੀਂ R ਦੀ ਵੈਲਿਊ ਜਿਹੜੀ ਇੱਥੋਂ ਆਪਾਂ ਕੱਢੀ ਹੈ, ਜਿਹੜਾ ਪ੍ਰਤੀਰੋਧ ਹੈ ਨਾ ਬੇਟੇ, ਦੇਖੋ ਇੱਥੇ ਇਹ ਜਿਹੜੀ ਰੇਸ਼ੋ ਹੈ V/I ਉਹ ਆਪਣੇ ਕੋਲ R ਦੇ ਬਰਾਬਰ ਹੈ, ਤਾਂ R ਆਪਣੇ ਕੋਲ ਕੀ ਹੈ, ਪ੍ਰਤੀਰੋਧ। ਪ੍ਰਤੀਰੋਧ ਦਾ ਮਤਲਬ ਕੀ ਹੈ, ਕਿਸੇ ਚੀਜ਼ ਨੂੰ ਰੋਕਣਾ। ਇੱਥੇ ਕਿਸ ਚੀਜ਼ ਨੂੰ ਰੋਕਿਆ ਜਾ ਰਿਹਾ, ਕਰੰਟ। ਤੇ ਵੋਲਟੇਜ ਦਾ ਮਤਲਬ ਆਪਣੇ ਕੋਲ ਕੀ ਹੈ, ਪੋਟੈਂਸ਼ੀਅਲ। ਜ਼ਿਆਦਾਤਰ ਆਹ ਚੀਜ਼ ਹੈ, ਕਰੰਟ ਆਪਣੇ ਕੋਲ ਕੀ ਹੁੰਦਾ, ਸੇਮ ਹੁੰਦਾ। ਪੋਟੈਂਸ਼ੀਅਲ ਹੈ ਜਿਹੜਾ ਆਪਣੇ ਕੋਲ ਕੀ ਹੋ ਜਾਂਦਾ, ਉਹ ਡ੍ਰੌਪ ਹੋ ਜਾਂਦਾ ਜਾਂ ਘਟ ਜਾਂਦਾ। ਠੀਕ ਹੈ ਜੀ, ਜਿਹੜਾ ਆਪਣੇ ਕੋਲ R ਹੈ ਬੇਟੇ, ਪ੍ਰਤੀਰੋਧ ਹੈ, ਇਸ ਦੀ ਜਿਹੜੀ SI ਇਕਾਈ ਹੈ ਉਹ ਸਾਡੇ ਕੋਲ ਕੀ ਹੈ, ਓਮ। ਆਹ ਸਿੰਬਲ ਨਾਲ ਅਸੀਂ ਇਹਨੂੰ ਦਰਸਾਉਣੇ ਆ, ਓਮ। ਠੀਕ ਹੈ ਜੀ, ਇਹ ਨਿਸ਼ਾਨ ਆਪਣੇ ਕੋਲ ਓਮ ਦਾ। ਠੀਕ ਹੈ ਜੀ, ਹੁਣ ਅਸੀਂ ਡਿਫਾਈਨ ਕਰਨਾ ਹੋਵੇ, ਪਰਿਭਾਸ਼ਿਤ ਕਰਨਾ ਹੋਵੇ ਵੀ 1 ਓਮ ਦੀ ਪਰਿਭਾਸ਼ਾ ਦਿਓ। 1 ਓਮ ਦੀ ਪਰਿਭਾਸ਼ਾ ਦਿਓ, ਤਾਂ ਆਪਾਂ ਕੀ ਕਰੀਏ, ਜਿਹੜੀ ਸਾਡੇ ਕੋਲ ਇਕੁਏਸ਼ਨ ਹੈ V/I ਬਰਾਬਰ R, ਜੇਕਰ ਅਸੀਂ ਇੱਥੇ ਵੈਲਿਊ 1 ਬਣਾਉਣੀ ਹੈ ਤਾਂ ਆਪਾਂ ਕੀ ਕਰੀਏ, V ਦੀ ਵੈਲਿਊ ਆਪਾਂ ਕੀ ਲੈ ਲਈਏ ਬੇਟੇ, ਇੱਥੇ ਆਪਾਂ ਕੀ ਭਰ ਦਈਏ, 1 ਵੋਲਟ। I ਦੀ ਥਾਂ ਤੇ ਆਪਾਂ ਕੀ ਲਿਖ ਦਈਏ, 1 ਐਂਪੀਅਰ। ਤਾਂ ਆਪਣੇ ਕੋਲ ਪ੍ਰਤੀਰੋਧ ਕਿੰਨਾ ਆ ਜਾਏਗਾ, 1 ਓਮ। ਇਸ ਚੀਜ਼ ਨੂੰ ਆਪਾਂ ਜੇ ਸ਼ਬਦਾਂ ਦੇ ਵਿੱਚ ਲਿਖੀਏ ਵੀ 1 ਓਮ ਕੀ ਹੁੰਦਾ ਹੈ, ਤਾਂ ਆਪਾਂ ਕਹੀਏ ਜਦੋਂ ਕਿਸੇ ਤਾਰ ਦੇ ਵਿੱਚੋਂ, ਠੀਕ ਹੈ ਜੀ, ਜਿਵੇਂ ਮੰਨ ਲਓ ਆਪਾਂ ਇੱਥੇ ਡਾਇਗਰਾਮ ਬਣਾਈਏ, ਜਦੋਂ ਕਿਸੇ ਤਾਰ ਦੇ ਵਿੱਚੋਂ ਆਪਣੇ ਕੋਲ ਕੀ ਹੈ, ਇੱਕ ਤਾਰ ਆਪਾਂ ਬਣਾਈ ਇਸ ਤਰ੍ਹਾਂ ਨਾਲ, ਜਿਸ ਦੇ ਵਿੱਚ ਆਪਾਂ ਇੱਕ ਬੈਟਰੀ ਨੂੰ ਇਸ ਤਰ੍ਹਾਂ ਨਾਲ ਸ਼ੋ ਕੀਤਾ। ਠੀਕ ਹੈ ਜੀ, ਮੰਨ ਲਓ ਆ ਪ੍ਰਤੀਰੋਧ R ਹੈ, ਇਹ V ਹੈ, ਇਸ ਦੇ ਵਿੱਚੋਂ ਕਰੰਟ ਕਿੰਨਾ ਪਾਸ ਕਰ ਰਿਹਾ, I। ਜਦੋਂ ਇੱਕ ਤਾਰ ਦੇ ਵਿੱਚੋਂ ਕਿੰਨਾ ਪੋਟੈਂਸ਼ੀਅਲ ਡਿਫਰੈਂਸ ਕ੍ਰੀਏਟ ਕੀਤਾ ਜਾਵੇ, ਪੋਟੈਂਸ਼ੀਅਲ ਅੰਤਰ ਕਿੰਨਾ ਹੋਵੇ, 1 ਵੋਲਟ, ਅਤੇ ਲੰਘਣ ਵਾਲੇ ਕਰੰਟ ਦੀ ਮਾਤਰਾ ਕਿੰਨੀ ਹੋਵੇ, 1 ਐਂਪੀਅਰ, ਤਾਂ ਉਸ ਦੇ ਵਿੱਚ ਜਿਹੜਾ ਪ੍ਰਤੀਰੋਧ ਹੋਵੇਗਾ ਉਹ ਕਿੰਨਾ ਹੋਵੇਗਾ, ਸਾਡੇ ਕੋਲੇ 1 ਓਮ। ਕਲੀਅਰ ਹੋਇਆ ਕਿ ਨਹੀਂ। ਇਸ ਤਰ੍ਹਾਂ ਨਾਲ ਸਿਰਫ ਆਪਾਂ ਡੈਫੀਨੇਸ਼ਨ ਲਿਖ ਕੇ ਹੀ, ਇਸ ਡੈਫੀਨੇਸ਼ਨ ਤੋਂ ਹੀ ਜਿਹੜੀ ਪਰਿਭਾਸ਼ਿਤ ਕਰ ਸਕਦੇ ਹਾਂ, 1 ਵੋਲਟ 1 ਐਂਪੀਅਰ ਬਰਾਬਰ 1 ਓਮ। ਠੀਕ ਹੈ ਜੀ, ਤਾਰ ਦਾ ਜਿਹੜਾ ਪ੍ਰਤੀਰੋਧ ਉਹ ਕਿੰਨਾ ਹੋਵੇਗਾ, 1 ਓਮ ਹੋਵੇਗਾ, ਜਦੋਂ ਉਸ ਵਿੱਚੋਂ ਲੰਘਣ ਵਾਲਾ ਕਰੰਟ 1 ਐਂਪੀਅਰ ਹੋਵੇ ਅਤੇ ਪੋਟੈਂਸ਼ੀਅਲ ਅੰਤਰ ਕਿੰਨਾ ਹੋਵੇ, 1 ਵੋਲਟ। ਪੋਟੈਂਸ਼ੀਅਲ ਅੰਤਰ ਕਿੰਨਾ ਹੋਵੇ ਆਪਣੇ ਕੋਲੇ, 1 ਵੋਲਟ। ਠੀਕ ਹੈ ਬੇਟੇ, ਇਹ ਪੁਆਇੰਟ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ। ਠੀਕ ਹੈ ਜੀ, ਇਹੀ ਚੀਜ਼ ਹੈ ਜਿਹੜੀ ਆਪਾਂ ਇੱਥੇ ਲਿਖੀ ਹੋਈ ਹੈ ਓਮਜ਼ ਲਾ ਦੇ ਵਿੱਚ। ਠੀਕ, ਨੈਕਸਟ ਦੇਖੋ ਬੇਟੇ ਆਪਣੇ ਕੋਲ ਕੀ ਹੈ, ਇਹ ਵੀ ਬਹੁਤ ਜ਼ਿਆਦਾ ਆਪਣੇ ਕੋਲ ਕੀ ਮਹੱਤਵਪੂਰਨ ਆਰਟੀਕਲ ਹੈ। ਇਹਦੇ ਵਿੱਚੋਂ ਵੀ ਕੁਐਸਚਨ ਹੈ ਜਿਹੜਾ ਆਪਣੇ ਕੋਲ ਆਉਂਦਾ ਵੀ ਇੱਕ ਜਿਹੜਾ ਪ੍ਰਤੀਰੋਧ ਹੈ, ਉਹਨਾਂ ਕਾਰਕਾਂ ਦਾ ਨਾਂ ਦੱਸੋ ਜਾਂ ਉਹਨਾਂ ਕਾਰਕਾਂ ਦੀ ਪਰਿਭਾਸ਼ਾ ਦਿਓ ਜਿਨ੍ਹਾਂ ਉੱਤੇ ਕਿਸੇ ਚਾਲਕ ਦਾ ਪ੍ਰਤੀਰੋਧ ਦਾ ਮਤਲਬ ਕੀ ਹੈ, R, ਨਿਰਭਰ ਕਰਦਾ ਹੈ। ਠੀਕ ਹੈ ਜੀ, ਦੇਖੋ ਬੇਟੇ, ਜੇ ਇਸ ਚੀਜ਼ ਨੂੰ ਨਾ ਅਸੀਂ ਆਹ ਫਾਰਮੂਲਾ ਪਹਿਲਾਂ ਆਪਾਂ ਯਾਦ ਰੱਖ ਲਈਏ ਤਾਂ ਉੱਥੋਂ ਲਿਖਣਾ ਬਹੁਤ ਜ਼ਿਆਦਾ ਆਸਾਨ ਹੋ ਜਾਂਦਾ। ਜੇ ਆਪਾਂ ਲਿਖੀਏ, ਯਾਦ ਰੱਖੋ, R = ρL/A, R = ρL/A। ਦੇਖੋ ਬੇਟੇ, ਇਹ ਫਾਰਮੂਲਾ ਜੇ ਅਸੀਂ ਯਾਦ ਕਰ ਲਈਏ ਤਾਂ ਇਹਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਵੀ R ਸਿੱਧੇ ਅਨੁਪਾਤ ਦੇ ਵਿੱਚ ਹੈ ਲੈਂਥ, R ਉਲਟੇ ਅਨੁਪਾਤ ਦੇ ਵਿੱਚ ਹੈ A ਦੇ ਨਾਲ। A ਆਪਣੇ ਕੋਲ ਕੀ ਹੈ, ਏਰੀਆ। ਏਰੀਆ ਆਪਣੇ ਕੋਲ ਕੀ ਹੁੰਦਾ, ਖੇਤਰਫਲ। ਸੋ ਅਸੀਂ ਕਿਹਾ ਵੀ ਜਿਹੜਾ ਇੱਥੋਂ ਅਸੀਂ ਇਸ ਚੀਜ਼ ਤੋਂ ਦੇਖੀਏ ਵੀ ਜਿਹੜਾ ਪ੍ਰਤੀਰੋਧ R ਹੈ ਉਹ ਕਿਸ ਚੀਜ਼ ਤੇ ਨਿਰਭਰ ਕਰਦਾ ਹੈ,
ਚਾਲਕ ਦੇ ਪਦਾਰਥ ਦੀ ਪ੍ਰਕਿਰਤੀ ਕਿਸੇ ਚਾਲਕ ਦਾ ਪ੍ਰਤੀਰੋਧ ਚਾਲਕ ਦੇ ਪਦਾਰਥ ਦੀ ਪ੍ਰਵਿਰਤੀ ਤੇ ਨਿਰਭਰ ਕਰਦਾ ਹੈ। ਭਾਵ ਚਾਲਕ ਜਿਸ ਪਦਾਰਥ ਤੋਂ ਬਣਿਆ ਹੈ, ਜਿਵੇਂ ਨਾਈਕ੍ਰੋਮ ਹੋ ਗਿਆ ਜਾਂ ਤਾਂਬਾ ਹੋ ਗਿਆ, ਕਹਿਣ ਦਾ ਮਤਲਬ ਆ ਰੋ ਦੀ ਵੈਲਿਊ ਜਿਹੜੀ ਹੈ ਰੈਜ਼ਿਸਟਿਵਿਟੀ। ਠੀਕ ਹੈ ਜੀ। ਸੈਕਿੰਡ ਕੀ ਹੈ ਆਪਣੇ ਕੋਲੇ, ਚਾਲਕ ਦੀ ਲੰਬਾਈ। ਜਿੰਨਾ ਚਾਲਕ ਦੀ ਲੰਬਾਈ ਜ਼ਿਆਦਾ ਹੋਵੇਗੀ, ਕਿਉਂਕਿ ਇਹ ਜਿਹੜਾ ਪ੍ਰਤੀਰੋਧ ਹੈ ਚਾਲਕ ਦੇ ਨਾਲ ਕੀ ਹੁੰਦਾ, ਸਿੱਧੇ ਅਨੁਪਾਤ ਦੇ ਵਿੱਚ। ਸਿੱਧੇ ਅਨੁਪਾਤ ਦਾ ਮਤਲਬ ਜੇ L ਵਧੇਗਾ ਤਾਂ R ਵੀ ਕੀ ਹੋਵੇਗਾ ਆਪਣੇ ਕੋਲ ਵਧੇਗਾ। ਕਿਸੇ ਚਾਲਕ ਦਾ ਪ੍ਰਤੀਰੋਧ ਕੀ ਹੈ, ਉਸ ਦੀ ਲੰਬਾਈ ਦੇ ਸਿੱਧੇ ਅਨੁਪਾਤ ਦੇ ਵਿੱਚ ਹੁੰਦਾ ਹੈ। ਠੀਕ ਹੈ ਜੀ। ਤੀਜਾ ਪੁਆਇੰਟ ਦੇਖੋ, ਚਾਲਕ ਦੇ ਪ੍ਰਤੀ ਕਾਟ ਖੇਤਰਫਲ। ਪ੍ਰਤੀ ਕਾਟ ਖੇਤਰਫਲ ਨੂੰ ਅਸੀਂ ਇੰਗਲਿਸ਼ ਕਹਿੰਦੇ ਹਾਂ ਏਰੀਆ ਆਫ ਕ੍ਰਾਸ ਸੈਕਸ਼ਨ। ਏਰੀਆ ਆਫ ਕ੍ਰਾਸ ਸੈਕਸ਼ਨ ਕਹਿਣ ਦਾ ਮਤਲਬ ਉਹਦੀ ਮੋਟਾਈ ਤੇ ਨਿਰਭਰ ਕਰਦਾ। ਦੇਖੋ ਜੇਕਰ ਇਸ ਤਰ੍ਹਾਂ ਨਾਲ ਇੱਕ ਤਾਰ ਨੂੰ ਅਸੀਂ ਬਣਾਈਏ ਤਾਂ ਜਿਹੜੀ ਆਹ ਚੀਜ਼ ਹੈ, ਠੀਕ ਹੈ ਜੀ, ਇਹਨੂੰ ਅਸੀਂ ਕਹਿੰਦੇ ਹਾਂ ਏ, ਚਾਲਕ ਦੇ ਪ੍ਰਤੀ ਖੇਤਰ ਕਾਟ ਦਾ ਖੇਤਰਫਲ, ਇਹਨੂੰ ਆਪਾਂ ਕਹਿੰਦੇ ਹਾਂ ਮੋਟਾਈ ਹੋ ਗਈ ਇੱਕ ਤਰ੍ਹਾਂ ਨਾਲ। ਕਿਸੇ ਚਾਲਕ ਦਾ ਪ੍ਰਤੀਰੋਧ ਕਿਸ ਤੇ ਹੁੰਦਾ ਹੈ, ਉਸ ਦੇ ਪ੍ਰਤੀ ਕਾਟ ਦੇ ਖੇਤਰਫਲ ਦੇ ਉਲਟੇ ਅਨੁਪਾਤ ਦੇ ਵਿੱਚ ਹੁੰਦਾ। ਜਿੰਨੀ ਮੋਟਾਈ ਵੱਧ ਜਾਵੇਗੀ ਉਨਾ ਪ੍ਰਤੀਰੋਧ ਕੀ ਹੋਵੇਗਾ, ਘਟ ਜਾਏਗਾ। ਠੀਕ ਹੈ ਜੀ, ਉਨਾ ਪ੍ਰਤੀਰੋਧ ਕੀ ਹੋਵੇਗਾ, ਘਟ ਜਾਏਗਾ। ਕਿਉਂਕਿ ਪ੍ਰਤੀਰੋਧ ਆਪਣੇ ਕੋਲ ਕੀ ਹੈ, ਆਪਦੇ ਵਿੱਚੋਂ ਲੰਘਣ ਵਾਲੇ ਕਰੰਟ ਦੀ ਮਾਤਰਾ ਨੂੰ ਕੀ ਕਰਦਾ ਹੈ, ਘਟਾਉਂਦਾ ਹੈ। ਠੀਕ ਹੈ ਜੀ, ਇੱਥੋਂ ਅਸੀਂ ਇਹ ਚੀਜ਼ ਦੱਸ ਸਕਦੇ ਹਾਂ। ਇੱਥੇ ਤੱਕ ਪਤਾ ਲੱਗ ਗਿਆ ਬੇਟੇ। ਦੇਖੋ ਫਿਰ ਆਪਣੇ ਕੋਲ ਕੀ ਹੈ, ਇਹਨਾਂ ਨੂੰ ਜਦੋਂ ਅਸੀਂ ਕੰਬਾਈਨ ਕੀਤਾ ਤਾਂ ਉਹੀ ਜਿਹੜੀ ਆਪਾਂ ਇਕੁਏਸ਼ਨ ਬਣਾਈ ਹੈ ਵੀ R ਹੈ ਜਿਹੜਾ ਉਹ ਸਿੱਧੇ ਅਨੁਪਾਤ ਦੇ ਵਿੱਚ ਹੈ L, R ਹੈ ਜਿਹੜਾ ਉਹ ਉਲਟੇ ਅਨੁਪਾਤ ਦੇ ਵਿੱਚ ਹੈ A। ਜਦੋਂ ਇਹਨਾਂ ਦੋਵੇਂ ਇਕੁਏਸ਼ਨ ਨੂੰ ਅਸੀਂ ਕੀ ਕਰਤਾ, ਇਕੱਠਾ ਕਰਤਾ, ਤਾਂ ਆ ਬਣ ਗਿਆ R ਹੈ ਜਿਹੜਾ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਜਾਂ ਸਿੱਧੇ ਅਨੁਪਾਤ ਦੇ ਵਿੱਚ L/A। ਜਦੋਂ ਆਪਾਂ ਸਿੱਧੇ ਅਨੁਪਾਤ ਦਾ ਨਿਸ਼ਾਨ ਹਟਾਉਣੇ ਹੈ ਤਾਂ ਆਪਾਂ ਲਾਉਣੇ ਸਥਿਰ ਅੰਕ। ਜਿਹੜਾ ਰੋ ਹੈ ਉਹ ਆਪਣੇ ਕੋਲ ਕੀ ਹੈ, ਇੱਕ ਸਥਿਰ ਅੰਕ ਹੈ। ਠੀਕ ਹੈ ਜੀ, ਜਿਹਨੂੰ ਆਪਾਂ ਕਹਿੰਦੇ ਪ੍ਰਤੀਰੋਧਕਤਾ। ਯਾਦ ਰੱਖਣਾ ਬੇਟੇ, ਪ੍ਰਤੀਰੋਧਕਤਾ। ਇੰਗਲਿਸ਼ ਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਰੈਜ਼ਿਸਟਿਵਿਟੀ। ਜਿਹੜੀ ਇਹ ਪ੍ਰਤੀਰੋਧਕਤਾ ਹੈ ਨਾ ਬੇਟੇ, ਇਹ ਆਪਣੇ ਕੋਲ ਕਿਸ ਚੀਜ਼ ਤੇ ਡਿਪੈਂਡ ਕਰਦੀ ਹੈ ਵੀ ਜਿਹੜਾ ਤੁਸੀਂ ਮਟੀਰੀਅਲ ਵਰਤ ਰਹੇ ਹੋ ਉਹਦੀ ਕਿਸਮ ਕੀ ਹੈ, ਧਾਤ ਦੀ ਕਿਸਮ ਤੇ ਡਿਪੈਂਡ ਕਰਦੀ ਹੈ। ਵੀ ਐਲੂਮੀਨੀਅਮ ਹੈ, ਕਾਪਰ ਹੈ, ਧਾਤ ਦੀ ਥਾਂ ਤੇ ਵੀ ਆਪਾਂ ਇਹ ਕਹਿ ਸਕਦੇ ਹਾਂ ਵੀ ਤਾਰ ਜਿਸ ਚੀਜ਼ ਦੀ ਬਣੀ ਹੋਈ ਹੈ ਜਾਂ ਜਿਹੜਾ ਮਟੀਰੀਅਲ ਅਸੀਂ ਯੂਜ਼ ਕਰ ਰਹੇ ਹਾਂ, ਜ਼ਰੂਰੀ ਨਹੀਂ ਉਹ ਧਾਤ ਹੋਵੇ, ਉਹ ਧਾਤ ਵੀ ਹੋ ਸਕਦਾ ਹੈ, ਉਪ ਧਾਤ ਵੀ ਹੋ ਸਕਦਾ ਹੈ। ਠੀਕ ਹੈ ਜੀ, ਬਹੁਤ ਜ਼ਿਆਦਾ ਇੰਪੋਰਟੈਂਟ ਆਰਟੀਕਲ ਹੈ। ਆਪਾਂ ਯਾਦ ਕਿਵੇਂ ਰੱਖਣਾ, R = ρL/A। ਇਹਦੇ 'ਚ ਨੂਮੈਰੀਕਲ ਵੀ ਆ ਜਾਂਦਾ। ਜਿਹੜੀ ਇਹਦੀ ਅਸੀਂ SI ਇਕਾਈ ਕੱਢਣ ਦੀ ਕੋਸ਼ਿਸ਼ ਕਰੀਏ, SI ਇਕਾਈ ਆਪਾਂ ਕੱਢਣ ਦੀ ਕੋਸ਼ਿਸ਼ ਕਰੀਏ ਇਹਦੀ, ਠੀਕ ਹੈ ਜੀ, ਸਥਿਰ ਅੰਕ ਦੀ। ਜੇ ਅਸੀਂ ਇਸ ਇਕੁਏਸ਼ਨ ਤੋਂ ਦੇਖੀਏ ਬੇਟੇ, R = ρL/A, ਠੀਕ ਹੈ, ਇਹਨੂੰ ਰੋ ਨੂੰ ਇੱਧਰ ਰਹਿਣ ਦੀ, ਬਾਕੀ ਟਰਮ ਨੂੰ ਉੱਧਰ ਲੈ ਜੇ ਤਾਂ R × A/L ਬਰਾਬਰ ਸਥਿਰ ਅੰਕ। ਹੁਣ R ਆਪਣੇ ਕੋਲ ਕਹਿੰਦਾ SI ਇਕਾਈ ਕੀ ਹੈ ਬੇਟੇ ਇਹਦੀ, ਓਮ। ਖੇਤਰਫਲ ਦੀ ਕੀ ਹੁੰਦੀ ਹੈ, ਮੀਟਰ ਦੀ 2। ਲੰਬਾਈਆਂ ਵੀ ਕਹਿੰਦੇ ਵਿੱਚ ਹੁੰਦੀਆਂ ਮੀਟਰ। ਇਹਦੇ ਨਾਲ ਆ ਚੀਜ਼ ਕੱਟੀ ਗਈ, ਇਸ ਲਈ ਸਥਿਰ ਅੰਕ ਹੈ ਜਿਹੜਾ, ਉਹਦੀ ਇਕਾਈ ਕੀ ਆ ਗਈ ਆਪਣੇ ਕੋਲ, ਓਮ ਮੀਟਰ। ਕੀ ਆ ਗਈ, ਓਮ ਮੀਟਰ। ਪ੍ਰਤੀਰੋਧਕਤਾ ਦੀ SI ਇਕਾਈ ਓਮ ਮੀਟਰ ਹੈ, ਇਹਨੇ ਸਿੱਧਾ ਲਿਖਿਆ ਹੋਇਆ। ਇਹ ਗੱਲ ਯਾਦ ਰੱਖਣਾ, ਜਿਹੜੀ ਇਹ ਪ੍ਰਤੀਰੋਧਕਤਾ ਹੈ ਨਾ ਰੋ, ਇਹ ਨਹੀਂ ਡਿਪੈਂਡ ਕਰਦੀ ਲੈਂਥ ਤੇ, ਇਹ ਨਹੀਂ ਡਿਪੈਂਡ ਕਰਦੀ ਏਰੀਆ ਤੇ। ਠੀਕ ਹੈ ਜੀ, ਇਸ ਆਰਟੀਕਲ ਦੇ ਅਕੋਰਡਿੰਗਲੀ ਆਪਾਂ ਦੇਖੀਏ, ਇਹ ਡਿਪੈਂਡ ਕਿਹਦੇ ਤੇ ਕਰਦੀ ਹੈ ਵੀ ਤੁਸੀਂ ਮਟੀਰੀਅਲ ਕਿਹੜਾ, ਪਦਾਰਥ ਕਿਹੜਾ ਯੂਜ਼ ਕਰ ਰਹੇ ਹੋ। ਅਲੱਗ-ਅਲੱਗ ਪਦਾਰਥ ਦੀ ਇਹ ਵੈਲਿਊ ਅਲੱਗ-ਅਲੱਗ ਹੁੰਦੀ ਹੈ। ਇਹ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਬੇਟੇ। ਦੇਖੋ ਅੱਗੇ ਆਪਾਂ ਇੱਕ ਚਾਰਟ ਵੀ ਬਣਾਇਆ ਇਸ ਚੀਜ਼ ਦਾ। ਆ ਦੇਖੋ, ਇਹਦੇ ਵਿੱਚ ਆਪਾਂ ਕੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਚਾਲਕਾਂ, ਕਿਉਂਕਿ ਜਿਹੜੇ ਚਾਲਕ ਹੈ ਨਾ ਬੇਟੇ, ਜਿਹਨੂੰ ਆਪਾਂ ਇੰਗਲਿਸ਼ ਕਹਿੰਦੇ ਕੰਡਕਟਰਸ, ਇਹ ਉਹ ਵਾਲੇ ਪਦਾਰਥ ਹੁੰਦੇ ਆ ਜਿਹੜੇ ਆਪਦੇ ਵਿੱਚੋਂ ਦੀ ਕਰੰਟ ਨੂੰ ਆਸਾਨੀ ਨਾਲ ਲੰਘਣ ਦਿੰਦੇ ਆ, ਤਾਪ ਨੂੰ ਆਸਾਨੀ ਨਾਲ ਲੰਘਣ ਦਿੰਦੇ। ਇਹਨਾਂ ਦੇ ਵਿੱਚ ਇਲੈਕਟ੍ਰੋਨਾਂ ਦੀ ਮਾਤਰਾ ਕੀ ਹੁੰਦੀ ਹੈ, ਬਹੁਤ ਜ਼ਿਆਦਾ ਹੁੰਦੀ ਹੈ। ਇਲੈਕਟ੍ਰੋਨਾਂ ਦੀ ਮਾਤਰਾ ਕੀ ਹੁੰਦੀ ਹੈ, ਜ਼ਿਆਦਾ ਹੁੰਦੀ ਹੈ।
ਜੇ ਇਹਦੇ 'ਚ ਇਲੈਕਟ੍ਰੋਨ ਜ਼ਿਆਦਾ ਹੋਣਗੇ ਤਾਂ ਇਹਦਾ ਮਤਲਬ ਆਰ ਇਹਦਾ ਕੀ ਹੋਊਗਾ ਬੇਟੇ, ਘੱਟ ਹੋਊਗਾ। ਆਰ ਆਪਣੇ ਕੋਲ ਕੀ ਹੋਊਗਾ, ਘੱਟ ਹੋਊਗਾ। ਜਿਵੇਂ ਆਪਣੇ ਕੋਲ ਕੀ ਹੈ, ਸਿਲਵਰ, ਕਾਪਰ, ਐਲੂਮੀਨੀਅਮ, ਟੰਗਸਟਨ, ਨਿਕਲ, ਆਇਰਨ, ਕ੍ਰੋਮੀਅਮ, ਠੀਕ ਹੈ ਜੀ, ਇਹ ਮਰਕਰੀ, ਮੈਗਨੀਜ਼, ਇਹ ਆਪਣੇ ਕੋਲ ਕੀ ਹੈ, ਸਾਰੇ ਚਾਲਕ ਹੈ। ਠੀਕ ਹੈ ਜੀ, ਇਹ ਸਾਰੇ ਆਪਣੇ ਕੋਲ ਕੀ ਹੈ, ਚਾਲਕ ਹੈ। ਤੇ ਇਹਨਾਂ ਦੇ ਵਿੱਚ ਜਿਹੜੀ ਆਪਣੇ ਕੋਲੇ ਘਾਤ ਹੈ ਉਹ ਆਪਣੇ ਕੋਲੇ 10 ਦੀ ਘਾਤ -8, 10 ਦੀ ਘਾਤ -8 ਸਾਰਿਆਂ ਦੇ ਵਿੱਚ ਆਪਾਂ ਦੇਖੀਏ। ਠੀਕ ਹੈ ਜੀ, 10 ਦੀ ਘਾਤ -8। ਇਸ ਲਈ ਅਸੀਂ ਯਾਦ ਰੱਖ ਲੈਣਾ ਵੀ ਚਾਲਕਾਂ ਦੇ ਵਿੱਚ ਆਪਣੇ ਕੋਲ ਕੀ ਹੈ, ਜਿਹੜੀ ਘਾਤ ਹੈ, ਇਕੱਲੀ ਘਾਤ ਦੀ ਆਪਾਂ ਗੱਲ ਕਰੀਏ, ਰੈਜ਼ਿਸਟਿਵਿਟੀ ਦੀ ਆਪਾਂ ਗੱਲ ਕਰੀਏ, ਇਹ ਰੋਹ ਦੀ ਵੈਲਿਊ ਆਪਾਂ ਕੱਢ ਰਹੇ ਹਾਂ ਬੇਟੇ, ਪ੍ਰਤੀਰੋਧਕਤਾ। ਠੀਕ ਹੈ ਜੀ, ਧਾਤਾਂ ਦੀ ਪ੍ਰਤੀਰੋਧਕਤਾ ਕੀ ਹੁੰਦੀ ਹੈ, 10 ਦੀ ਘਾਤ -8 ਨਾਲ ਆਪਣੇ ਕੋਲ ਕੀ ਸੀਗਾ, ਓਮ ਮੀਟਰ। ਇਹਦੀ ਇਕਾਈ ਆਪਣੇ ਕੋਲ ਕੀ ਸੀ, ਓਮ ਮੀਟਰ। ਉਸੇ ਤਰ੍ਹਾਂ ਅਸੀਂ ਗੱਲ ਕਰੀਏ ਮਿਸ਼ਰਿਤ ਧਾਤਾਂ ਦੀ, ਜਦੋਂ 2 ਜਾਂ 2 ਤੋਂ ਵੱਧ ਧਾਤਾਂ ਆਪਸ ਦੇ ਵਿੱਚ ਮਿਲ ਜਾਂਦੀਆਂ ਤਾਂ ਉਹ ਆਪਣੇ ਕੋਲ ਕੀ ਬਣਾਉਂਦੀਆਂ ਬੇਟੇ, ਮਿਸ਼ਰਿਤ ਧਾਤ। ਕੀ ਬਣਾਉਂਦੀਆਂ, ਮਿਸ਼ਰਿਤ ਧਾਤ। ਠੀਕ ਹੈ ਜੀ, ਕੌਂਸਟੈਨਨ, ਠੀਕ ਹੈ ਜੀ, ਮੈਂਗਨੀਜ਼ ਜਾਂ ਮੈਂਗਨੀਨ, ਨਾਈਕ੍ਰੋਮ, ਇਹ ਸਾਰੀਆਂ ਕੀ 2 ਜਾਂ 2 ਤੋਂ ਵੱਧ ਧਾਤਾਂ ਆਪਸ ਚ ਮਿਲਾਈਆਂ ਤਾਂ ਇਹਨਾਂ ਦੀ ਜਿਹੜੀ ਆਪਣੇ ਕੋਲ ਵੈਲਿਊ ਹੈ ਉਹ 10 ਦੀ ਘਾਤ -6 ਹੈ। ਇਹਦੀ ਵੈਲਿਊ ਕੀ ਹੈ, 10 ਦੀ ਘਾਤ -6। ਕਿੰਦੀ, ਪ੍ਰਤੀਰੋਧਕਤਾ ਦੀ ਵੈਲਿਊ ਹੈ ਜਿਹੜੀ। ਇਹਦੇ ਵਿੱਚ ਆਮ ਤੌਰ ਤੇ ਜਿਹੜਾ ਆਪਾਂ ਨੂੰ ਕੁਐਸਚਨ ਪੁੱਟ ਕੀਤਾ ਜਾਂਦਾ ਬੇਟੇ, ਉਹ ਇਹ ਪੁੱਟ ਕੀਤਾ ਜਾਂਦਾ ਵੀ ਕੌਂਸਟੈਨਨ ਧਾਤ ਹੈ ਜਿਹੜੀ, ਠੀਕ ਹੈ ਜੀ, ਇਸ ਦੇ ਵਿੱਚ ਕਿਹੜੀਆਂ ਕਿਹੜੀਆਂ ਜਿਹੜੀਆਂ ਹੋਰ ਧਾਤਾਂ ਦੀ ਉਪ ਧਾਤ ਹੈ ਜਿਹੜੀ, ਹੋਰ ਕਿਹੜੀਆਂ ਕਿਹੜੀਆਂ ਧਾਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਦੇ ਵਿੱਚ ਕਾਪਰ, ਠੀਕ ਹੈ ਜੀ, ਕਾਪਰ, ਕਾਪਰ ਦੇ ਨਾਲ ਆਪਣੇ ਕੋਲ ਕੀ ਹੈ, ਨਿਕਲ, ਇਹ ਯਾਦ ਰੱਖ ਲੈਣਾ। ਕੌਂਸਟੈਨਨ ਦੇ ਵਿੱਚ ਕੀ ਹੈ, ਕਾਪਰ ਪਲੱਸ ਨਿਕਲ। ਠੀਕ ਹੈ ਜੀ, ਮੈਂਗਨੀਨ ਹੈ, ਕਾਪਰ ਤਾਂ ਸਾਰਿਆਂ 'ਚ ਹੀ ਹੋਊਗਾ ਬੇਟੇ। ਮੈਂਗਨੀਨ ਦੇ ਵਿੱਚ ਆਪਣੇ ਕੋਲ ਕੀ ਹੈ, ਕਾਪਰ, ਮੈਂਗਨੀਜ਼ ਤੇ ਨਿਕਲ, ਕਾਪਰ, ਮੈਂਗਨੀਜ਼ ਤੇ ਨਿਕਲ, ਇਸ ਤਰ੍ਹਾਂ ਨਾਲ ਇਹਨੂੰ ਯਾਦ ਰੱਖ ਲੈਣਾ। ਨਾਈਕ੍ਰੋਮ, ਠੀਕ ਹੈ ਜੀ, ਨਿਕਲ, ਕ੍ਰੋਮੀਅਮ ਤੇ ਮੈਂਗਨੀਜ਼। ਨਾਈਕ੍ਰੋਮ, ਨਿਕਲ, ਕ੍ਰੋਮੀਅਮ ਤੇ ਮੈਂਗਨੀਜ਼, ਇਹ ਸਾਰੀਆਂ ਮਿਸ਼ਰਤ ਧਾਤਾਂ ਯਾਦ ਰੱਖਣਾ। 10 ਦੀ ਘਾਤ -6 ਓਮ ਮੀਟਰ ਧਾਤਾਂ ਵਾਸਤੇ, 10 ਦੀ ਘਾਤ -8 ਓਮ ਮੀਟਰ। ਦੇਖੋ ਜਿੰਦੀ ਮਾਈਨਸ ਦੇ ਵਿੱਚ ਘਾਤ ਵੱਡੀ ਹੋ ਜਾਂਦਾ ਮਤਲਬ ਛੋਟਾ ਹੁੰਦਾ, ਇਹਦਾ ਮਤਲਬ ਪ੍ਰਤੀਰੋਧਕਤਾ ਦੀ ਵੈਲਿਊ ਹੈ ਜਿਹੜੀ ਆਪਣੇ ਕੋਲੇ ਕੀ ਹੈ, ਉਹ ਘੱਟ ਹੈ। ਕਿਹੜੇ ਕੇਸ 'ਚ, ਧਾਤਾਂ 'ਚ। ਤੇ ਮਿਸ਼ਰਤ ਧਾਤਾਂ ਦੇ ਵਿੱਚ ਕੀ ਹੈ, ਪ੍ਰਤੀਰੋਧਕਤਾ ਦੀ ਵੈਲਿਊ ਇਹਦੇ ਮੁਕਾਬਲੇ ਕੀ ਹੈ, ਜ਼ਿਆਦਾ ਹੈ। ਬਟ ਜਿਹੜੇ ਰੋਧਕ ਹੈ, ਰੋਧਕ ਦਾ ਕੰਮ ਹੀ ਕੀ ਹੁੰਦਾ, ਰੋਕਣਾ। ਇਹਦਾ ਮਤਲਬ ਰੋਧਕਤਾ ਦੇ ਵਿੱਚ ਇਹਦੀ ਮਾਤਰਾ ਆਪਣੇ ਕੋਲ ਕੀ ਹੋਊਗੀ, ਮਾਈਨਸ ਤੋਂ ਪਲੱਸ ਹੋ ਜਾਏਗੀ ਬੇਟੇ। ਦੇਖੋ ਜਿਹੜਾ ਕਾਗਜ਼ ਹੈ ਜਾਂ ਡਾਇਮੰਡ ਹੈ, ਇਹਨਾਂ ਦੀ ਵੈਲਿਊ ਵੇਖੋ ਬੇਟੇ, 10 ਦੀ ਘਾਤ 12 ਤੋਂ ਲੈ ਕੇ 10 ਦੀ ਘਾਤ 13 ਤੱਕ ਹੈ। ਇਹਦਾ ਮਤਲਬ ਅਸੀਂ ਇੱਥੋਂ ਸ਼ੁਰੂ ਕਰੀਏ, 10 ਦੀ ਘਾਤ 10 ਤੋਂ ਲੈ ਕੇ 10 ਦੀ ਘਾਤ 13 ਤੱਕ ਹੈ ਜਿਹੜੀ ਇਹਨਾਂ ਦੀ ਪ੍ਰਤੀਰੋਧਕਤਾ ਆਪਣੇ ਕੋਲ ਹੁੰਦੀ ਹੈ। ਕਹਿਣ ਦਾ ਮਤਲਬ ਜਿਹੜੇ ਬਿਜਲੀ ਦੇ ਰੋਧਕ ਹੁੰਦੇ ਆ ਇਹ ਆਪਦੇ ਵਿੱਚੋਂ ਬਿਜਲੀ ਨੂੰ ਨਹੀਂ ਲੰਘਣ ਦਿੰਦੇ। ਠੀਕ ਹੈ ਜੀ, ਇਸ ਟੇਬਲ ਦੀ ਹੈਲਪ ਦੇ ਨਾਲ ਆਪਾਂ ਇਸ ਚੀਜ਼ ਨੂੰ ਦਿਖਾ ਸਕਦੇ ਹਾਂ। ਠੀਕ ਹੈ ਜੀ, ਠੀਕ ਹੈ। ਛੇਤੀ ਛੇਤੀ ਬੇਟੇ ਆਪਾਂ, ਵੀਡੀਓ ਜ਼ਿਆਦਾ ਲੰਬੀ ਹੋ ਗਈ। ਇੱਕ ਆਪਾਂ ਲਾਸਟ ਵਾਲਾ ਆਰਟੀਕਲ ਹੈ ਜਿਹੜਾ ਇੰਪੋਰਟੈਂਟ ਹੈ, ਇਹ ਆਉਂਦਾ ਹੈ। ਠੀਕ ਹੈ ਜੀ, ਆਪਣੇ ਕੋਲ ਨੂਮੈਰੀਕਲ ਦਿੱਤਾ ਹੋਇਆ। ਇੱਕ ਨੂਮੈਰੀਕਲ ਦੇ ਵਿੱਚ ਆਪਣੇ ਕੋਲ ਕੀ ਕਹਿੰਦਾ ਬੇਟੇ, ਇੱਕ ਆਪਣੇ ਕੋਲ ਕੀ ਹੈ, 4 ਓਮ ਪ੍ਰਤੀਰੋਧ, 4 ਓਮ ਪ੍ਰਤੀਰੋਧ ਦੇ ਕਿਸੇ ਤਾਰ ਦੀ ਮੋਟਾਈ ਦੁੱਗਣੀ ਕਰ ਦਿੱਤੀ ਜਾਵੇ। ਦੇਖੋ ਮੋਟਾਈ, ਇਹਦਾ ਮਤਲਬ ਉਹਦਾ ਏਰੀਆ ਕੀ ਹੋ ਗਿਆ ਬੇਟੇ, ਇਹਨੂੰ ਦੇਖੋ ਸਿੱਧਾ ਇੱਥੇ ਦੇਖੋ, ਉਹਦੀ ਮੋਟਾਈ ਕੀ ਹੋ ਗਈ, ਏਰੀਆ ਉਹਦਾ ਕੀ ਹੋ ਗਿਆ, ਦੁੱਗਣਾ ਹੋ ਗਿਆ। ਜਿੰਨਾ ਪਹਿਲਾਂ ਉਹਦਾ ਏਰੀਆ ਸੀਗਾ ਹੁਣ ਉਹਦਾ ਪਹਿਲਾਂ ਨਾਲੋਂ ਕੀ ਹੋ ਗਿਆ, 2 ਗੁਣਾ ਹੋ ਗਿਆ। ਪ੍ਰਤੀਰੋਧ ਉਹਨੇ ਕਿੰਨਾ ਦਿੱਤਾ ਹੋਇਆ, ਆਰ ਦੀ ਵੈਲਿਊ ਆਪਣੇ ਕੋਲ ਕਿੰਨੀ ਦਿੱਤੀ ਹੋਈ ਹੈ, 4 ਓਮ। ਤਾਂ ਤਾਰ ਦੇ ਨਵੇਂ ਪ੍ਰਤੀਰੋਧ ਦੀ ਗਣਨਾ ਕਰੋ। ਠੀਕ ਹੈ ਜੀ, ਤਾਰ ਦੇ ਨਵੇਂ, ਠੀਕ ਹੈ, ਕਿਸੇ ਤਾਰ ਦੀ 4 ਓਮ ਪ੍ਰਤੀਰੋਧ ਦੇ ਕਿਸੇ ਤਾਰ ਦੀ ਮੋਟਾਈ ਦੁੱਗਣੀ ਕਰ ਦਿੱਤੀ ਜਾਵੇ ਤਾਂ ਨਵੇਂ ਤਾਰ ਦਾ। ਠੀਕ ਹੈ, ਇਹਦਾ ਮਤਲਬ ਐਲ ਦਾ ਉਹਨੇ ਕੁਝ ਨਹੀਂ ਦੱਸਿਆ, ਐਲ ਦੇ ਬਰਾਬਰ ਹੀ ਹੈ। ਆਪਾਂ ਕੱਢਣਾ ਕੀ ਹੈ, ਜਿਹੜਾ ਨਵਾਂ ਪ੍ਰਤੀਰੋਧ ਆਇਆ ਆਰ ਡੈਸ਼, ਇਹਦੀ ਵੈਲਿਊ ਆਪਾਂ ਕੱਢਣੀ ਹੈ। ਠੀਕ ਹੈ ਜੀ, ਸਾਨੂੰ ਹੁਣ ਆਹ ਗੱਲ ਪਤਾ ਹੈ ਬੇਟੇ ਵੀ ਜਿਹੜਾ ਪ੍ਰਤੀਰੋਧ ਦਾ ਫਾਰਮੂਲਾ ਉਹ ਹੈ ρ L/A। ਠੀਕ ਹੈ ਜੀ, ρ L/A। ਠੀਕ ਹੈ, ਜਿਹੜੀ ਬਾਅਦ ਦੇ ਵਿੱਚੋਂ
ਚੀਜ਼ ਬਣੀ ਹੈ ਉਹ ਆਰ ਡੈਸ਼ ਹੈ, ਮਟੀਰੀਅਲ ਉਹੀ ਰਿਹਾ, ਤਾਰ ਨਹੀਂ ਉਹਨੇ ਕਿਹਾ ਵੀ ਮੈਂਗਨੀਜ਼ ਦੀ ਹੈ ਕਾਪਰ ਦੀ, ਜਿਹੜੀ ਪਹਿਲਾਂ ਆਉਂਦਾ ਮਤਲਬ ਰੋ ਦੀ ਵੈਲਿਊ ਉਹੀ ਰਹੇਗੀ। ਐਲ ਵੀ ਨਹੀਂ ਬਦਲਿਆ, ਏਰੀਆ ਆਪਣੇ ਕੋਲ ਕੀ ਹੋ ਗਿਆ ਬੇਟੇ ਦੁੱਗਣਾ। ਠੀਕ ਹੈ ਜੀ, ਏਰੀਆ ਆਪਣੇ ਕੋਲ ਕੀ ਹੋ ਗਿਆ ਦੁੱਗਣਾ। ਹੁਣ ਅਸੀਂ ਇਹਨਾਂ ਦੀ ਜੇ ਅਨੁਪਾਤਕ ਰੇਸ਼ੋ ਕੱਢੀਏ ਆਰ ਡੈਸ਼ ਬਟਾ ਆਰ, ਆਪਾਂ ਜੇ ਕਰ ਦਈਏ ਆਰ ਡੈਸ਼ ਦੀ ਵੈਲਿਊ ਭਰੀਏ ਰੋ ਐਲ ਬਟਾ 2A। ਠੀਕ ਹੈ ਜੀ, ਥੱਲੇ ਆਪਾਂ ਵੈਲਿਊ ਭਰੀਏ ਇਹਦੀ ਆਰ ਦੀ ਰੋ ਐਲ ਬਟਾ A। ਠੀਕ ਹੈ ਜੀ, ਬਟੇ ਦਾ ਬਟਾ ਜਿਹੜਾ ਆਪਣੇ ਕੋਲ ਕੀ ਉੱਪਰ ਚਲਾ ਜਾਊਗਾ, ਆਹ ਵਾਲੀ ਟਰਮ ਆਪਣੇ ਕੋਲ ਥੱਲੇ ਆ ਜਾਏਗੀ। ਤਾਂ ਇਕੁਏਸ਼ਨ ਆਪਣੇ ਕੋਲ ਕੀ ਬਣ ਗਈ ਰੋ ਗੁਣਾ ਐਲ ਬਟਾ 2A। ਠੀਕ ਹੈ ਜੀ, ਥੱਲੇ ਵੀ ਆਪਣੇ ਕੋਲ ਕੀ ਹੈ ਰੋ ਗੁਣਾ ਐਲ, ਆ A ਉੱਪਰ ਚਲਾ ਗਿਆ, A ਨਾਲ A ਆਪਣੇ ਕੋਲ ਕੀ ਹੋ ਗਿਆ ਕੈਂਸਲ, ਰੋ ਐਲ ਨਾਲ ਰੋ ਐਲ ਆਪਣੇ ਕੋਲ ਕੀ ਹੋ ਗਿਆ ਕੈਂਸਲ ਹੋ ਗਿਆ। ਇਹਦਾ ਮਤਲਬ ਆਰ ਡੈਸ਼ ਬਟਾ ਆਰ ਆਪਣੇ ਕੋਲ ਕਹਿੰਦੇ ਆਰ ਡੈਸ਼ ਬਟਾ ਆਰ ਆਪਣੇ ਕੋਲ ਕਹਿੰਦੇ ਬਰਾਬਰ ਆ ਗਿਆ ਬਟਾ 1/2। ਹੁਣ ਆਰ ਦੀ ਵੈਲਿਊ ਆਪਣੇ ਕੋਲ ਦਿੱਤੀ ਹੋਈ ਹੈ, ਆਰ ਦੀ ਵੈਲਿਊ ਆਪਣੇ ਕੋਲ ਕਿੰਨੀ ਦਿੱਤੀ ਹੋਈ ਹੈ। ਠੀਕ ਹੈ ਜੀ, ਇਹਦੀ ਵੈਲਿਊ ਆਪਣੇ ਕੋਲ ਦਿੱਤੀ ਹੋਈ ਹੈ 4, ਏਰੀਆ ਡਬਲ ਹੋ ਗਿਆ। ਠੀਕ ਹੈ, ਇਹ ਵੀ ਚੀਜ਼ ਨਾਲ ਦਿੱਤੀ ਹੋਈ ਸੀ ਵੀ ਤਾਰ ਦੀ ਜਿਹੜੀ ਮੋਟਾਈ ਅੱਧੀ, ਤਾਰ ਦੀ ਮੋਟਾਈ ਦੁੱਗਣੀ ਤੇ ਲੰਬਾਈ ਅੱਧੀ ਰਹਿ ਜਾਵੇ, ਅੱਧੀ ਵੀ ਦਿੱਤੀ ਹੋਈ ਸੀ। ਬਟ ਇਹਦਾ ਮਤਲਬ ਐਲ ਦੀ ਥਾਂ ਤੇ ਆਪਣੇ ਕੋਲ ਕੀ ਹੋ ਜਾਏਗਾ ਇੱਥੇ ਐਲ ਬਟਾ ਨਵੀਂ ਐਲ ਡੈਸ਼ ਹੈ ਜਿਹੜੀ ਉਹ ਐਲ ਬਟਾ 2 ਦੇ ਬਰਾਬਰ ਹੋ ਜਾਏਗੀ। ਠੀਕ ਹੈ ਜੀ, ਇਹਦਾ ਮਤਲਬ ਜਿਹੜਾ ਅਸੀਂ ਆਰ ਡੈਸ਼ ਦੀ ਇੱਥੇ ਵੈਲਿਊ ਆਊਗੀ ਐਲ ਬਟਾ 2 ਆਏਗੀ। ਠੀਕ ਹੈ, ਇੱਥੇ ਆਪਣੇ ਕੋਲ ਕੀ ਐਲ ਬਟਾ 2 ਆ 2 ਆਪਣੇ ਕੋਲ ਥੱਲੇ ਆ ਜਾਏਗਾ। ਇਹਦਾ ਮਤਲਬ ਇੱਥੇ ਆ ਚੀਜ਼ ਆਪਣੇ ਕੋਲ ਬਣ ਗਈ ਆਰ ਡੈਸ਼ ਬਟਾ ਆਰ ਹੈ ਜਿਹੜਾ ਆਪਣੇ ਕੋਲ ਕਹਿੰਦੇ ਬਰਾਬਰ ਆ ਗਿਆ 1/4 ਦੇ, ਆਰ ਡੈਸ਼ ਕਹਿੰਦੇ ਬਰਾਬਰ ਆ ਗਿਆ 1/4 ਗੁਣਾ ਆਰ। ਤੇ ਆਰ ਦੀ ਵੈਲਿਊ ਆਪਣੇ ਕੋਲ ਕਿੰਨੀ ਦਿੱਤੀ ਹੋਈ ਬੇਟੇ 4 ਵੈਲਿਊ ਦਿੱਤੀ ਹੋਈ, 4 ਨਾਲ 4 ਕੱਟਿਆ ਗਿਆ। ਇਹਦਾ ਮਤਲਬ ਆਰ ਡੈਸ਼ ਦੀ ਵੈਲਿਊ ਆਪਣੇ ਕੋਲ ਕਿੰਨੀ ਆ ਗਈ 1 ਓਮ। ਇਸ ਤਰ੍ਹਾਂ ਨਾਲ ਜਿਹੜੇ ਸਵਾਲ ਕਰਨੇ ਬਹੁਤ ਸੌਖੇ ਆ, ਬਸ 2 ਫਾਰਮੂਲੇ ਦਿੱਤੇ ਉਹਨਾਂ ਨੂੰ ਇੱਕ ਅਨੁਪਾਤ ਦੇ ਵਿੱਚ ਲਿਖ ਲੈਣਾ ਤੇ ਜਿਹੜੀ ਵੈਲਿਊ ਜਿਵੇਂ ਦਿੱਤੀ ਹੋਈ ਉਹ ਭਰ ਕੇ ਜਿਹੜਾ ਰਿਜ਼ਲਟ ਕੱਢ ਦੇਣਾ। ਠੀਕ ਹੈ ਬੇਟੇ, ਉਮੀਦ ਕਰਦਾ ਬੇਟੇ ਅੱਜ ਦੇ ਆਰਟੀਕਲ ਤੁਹਾਨੂੰ ਸਮਝ ਲੱਗ ਗਏ ਹੋਣਗੇ। ਥੈਂਕਸ ਐਂਡ ਹੈਵ ਅ ਨਾਈਸ